ਸਤਨਾਮ ਸ੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੂ ਚਤੁਰ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ। माधो हम ऐसे तू ऐसा, हम पापी तुम पाप खंडन। नीको ठाकुर देसा, तुम सब साजे साज। निवाजे जियो पिंड दे प्राणा, निर्गुण यारे गुण नहीं कोई। तुम दान देहो मेहरबाना, तुम करो भला हम भलो न जानह। तुम सदा सदा दयाला, तुम सुखदाई पुरख विधाते। तुम राखो अपने बाला, तुम निधान अटल सुल्तान। जी जंत सब जाचै, कहो नानक हम इह हवाला। राख संतन कै पाशै, बाणी मुखों उचारीਐ। होए रुशनाई मिटै अंधियारा, ज्ञान गोष्ठ चर्चा सदा। अनहद शब्द उठे धुनकारा। सतनाम श्री वाहिगुरु जी। श्री राग महला पहला, घर चौथा। एका सुरत जेते है जी, सुरत विहूणा कोय ना की। वाहिगुरु जी का खालसा, वाहिगुरु जी की फतेह। गरीब नवाज पतत पावन भगत वशल, किरपा दे खजाने सतगुरु। दसां सतगुरां दी आत्मक जोत, चवर तख्त छत्र दे मालक। जुगो जुग अटल धन गुरु ग्रंथ साहिब जी दी साजी नवाजी। परम सन्मानयोग साध संगत जी। सतगुरु जी दी पावन पवित्र अकाली बाणी दी लड़ीवार विचार जो आरंभ है। श्री राग दे अंदर जो सतगुरु नानक देव महाराज दे उचारण कीते शब्द हैं, 29 शब्द पहला विचारे जा चुके हैं। उस तो अगे सतगुरु जी की कृपा नाल विचार आरंभ हो रही है। श्री राग महला पहला, पहले पातशाह श्री गुरु नानक देव महाराज का उचारण किया यह शब्द घर चौथा। इस राग के चौथे घर यानी कि सुर ताल अंदर गायन करन दी आग्या है। एका सुरत जेते है जी। सुरत शब्द दे वैसे तो 4 अर्थ किए गए ने, अहंकार, चेता और खबर, सार लैनी जिसनों कहा जाता है। और मुख्य अर्थ है सुरत ज्ञात। चौथा अर्थ जोड़ा एक ज्ञात, वो मुख्य अर्थ ज्ञात है, वैसे खबर सार भी है। एका सुरत जेते है जी। इको एक परमात्मा सारियां दी सुरत खबर सार लै रहा है। जिन्ने भी रब ने जी पैदा किए हैं, उन्हां सारियां दी खबर लैण वाला एक वाहिगुरु ही है। सुरत विहूणा कोई ना की, कोई ऐसा नहीं पैदा किया, ऐसा नहीं रचिया वाहिगुरु ने जिस दी परमात्मा नूं खबर ना होवे। सुरत तो सखना, खबर तो सखना, विहूणा बगैर कोई भी नहीं। सबना दी खबर सार परमात्मा नूं है। और एका सुरत जेते है जी। जिन्ने भी जीव परमात्मा ने पैदा किए हैं, सारियां विच उस एक परमात्मा ने ही सुरत ज्ञात समझ सूझ पाई हुई है, जिस करके वो क्रिया कर रहे हैं, चलते फिरते हैं। सुरत विहूणा कोई ना की। सुरत ज्ञात सोझी तो बगैर कोई भी नहीं पैदा किया। जेही सुरत तेहा तिन राहो। पर सुरत दे रूप कई तरह के ने, जिवें सुभाअ ही कहा लिया जाता।
ਸੋ ਇਸੇ ਪ੍ਰਕਾਰ ਜਿੰਨੀ ਕੁ ਗਿਆਤ ਪ੍ਰਮਾਤਮਾ ਨੇ ਦਿੱਤੀ ਜਿਸ ਤਰ੍ਹਾਂ ਦੀ, ਉਸੇ ਤਰ੍ਹਾਂ ਦਾ ਉਸ ਦੇ ਜੀਵਨ ਦਾ ਰਾਹ ਹੈ। ਉਸ ਤਰ੍ਹਾਂ ਦੇ ਹੀ ਚੱਲਣ ਵਿੱਚ ਉਹ ਚੱਲ ਰਿਹਾ ਹੈ, ਜਿਹੋ ਜਿਹੀ ਸੁਰਤ ਉਹਦੇ ਅੰਦਰ ਪਾਈ ਹੈ। ਪ੍ਰਮਾਤਮਾ ਨੇ ਜੈਸੀ ਗਿਆਤ ਸੂਝ-ਬੂਝ ਸਮਝ ਇਸ ਜੀਵ ਨੂੰ ਬਖਸ਼ੀ ਹੈ, ਉਹੋ ਜਿਹਾ ਹੀ ਉਹਨਾਂ ਜੀਆਂ ਦੇ ਜੀਵਨ ਦਾ ਢੰਗ ਤਰੀਕਾ ਰਾਹ ਚੱਲਣ ਹੈ। ਲੇਖਾ ਇੱਕੋ ਆਵਹੋ ਜਾਹੋ, ਇੱਕ ਪ੍ਰਮਾਤਮਾ ਹੀ ਸਾਰਾ ਲੇਖਾ ਕਰਦਾ ਹੈ ਤੇ ਉਸ ਲੇਖੇ ਦੇ ਅਨੁਸਾਰ ਜੀਵ ਆਉਂਦੇ ਤੇ ਜਾਂਦੇ ਨੇ। ਭਾਵ ਹੈ ਕਿ ਕਰਮ ਕਰਨ ਕਰਕੇ ਉਹਨਾਂ ਕਰਮਾਂ ਦੇ ਅਨੁਸਾਰ ਆਪੋ ਆਪਣੇ ਜੋ ਇਹਨਾਂ ਦੇ ਕਰਮਾਂ ਦੇ ਸੰਜੋਗ ਬਣਦੇ ਨੇ, ਤਾਂ ਵਾਹਿਗੁਰੂ ਦੇ ਹੁਕਮ ਅੰਦਰ ਵਾਹਿਗੁਰੂ ਦੇ ਲਿਖੇ ਹੋਏ ਲੇਖੇ ਅਨੁਸਾਰ ਜੀਵ ਜਿੱਥੇ ਜਿੱਥੇ ਵਾਹਿਗੁਰੂ ਜੀ ਭੇਜਦੇ ਹਨ, ਇਹਨਾਂ ਜੀਆਂ ਦੇ ਕਰਮਾਂ ਮੁਤਾਬਕ ਲੈਣ ਦੇਣ ਦੇ ਜੋ ਸੰਬੰਧ ਹਨ ਜੀਆਂ ਦੇ ਇੱਕ ਦੂਜੇ ਨਾਲ, ਉਸੇ ਤਰ੍ਹਾਂ ਹੀ ਇਹ ਜੀਵ ਆਉਂਦੇ ਤੇ ਜਾਂਦੇ ਹਨ। ਕਾਹੇ ਜੀ ਕਰਹਿ ਚਤੁਰਾਈ, ਕਿਸ ਵਾਸਤੇ ਇਹ ਜੀਵ ਆਪਣੇ ਮਨ ਦੇ ਅੰਦਰ ਤੂੰ ਚਤੁਰਾਈਆਂ ਕਰਦਾ ਹੈ। ਬੜੀਆਂ ਸਿਆਣਪਾਂ, ਚਤੁਰਾਈਆਂ, ਚਲਾਕੀਆਂ, ਬੜੀ ਚਤੁਰਤਾ ਇਹ ਜੀਵ ਕਰਦਾ ਹੈ। ਲੇਵੈ ਦੇਵੈ ਢਿੱਲ ਨਾ ਪਾਈ, ਜੋ ਕੁਛ ਵੀ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੈ ਉਸ ਦਾ ਹੀ ਦਿੱਤਾ ਹੋਇਆ ਉਹ ਆਪਣੇ ਦਿੱਤੇ ਹੋਏ ਨੂੰ ਲੈ ਲੈਂਦਾ ਔਰ ਦਿੰਦਾ ਵੀ ਹੈ। ਲੈਣ ਵਾਲਾ ਤੇ ਦੇਣ ਵਾਲਾ ਪ੍ਰਮਾਤਮਾ ਹੀ ਹੈ। ਜਦੋਂ ਉਹ ਤੇਰੇ ਕੋਲੋਂ ਕੁਛ ਲੈ ਲੈਣਾ ਚਾਹਵੇ ਉਦੋਂ ਵੀ ਨਹੀਂ ਢਿੱਲ ਕਰਦਾ, ਤੇ ਜਦੋਂ ਉਹ ਦੇਣ ਲੱਗਦਾ ਹੈ ਤੇ ਉਹਦੇ ਦੇਣ ਵਿੱਚ ਵੀ ਕੋਈ ਢਿੱਲ ਨਹੀਂ ਹੈ। ਇੱਕ ਹੀ ਲੈਣ ਤੇ ਦੇਣ ਵਾਲਾ ਪ੍ਰਮਾਤਮਾ, ਆਪਣੀ ਇਸ ਕਿਰਿਆ ਵਿੱਚ ਉਹ ਢਿੱਲ ਨਹੀਂ ਕਰਦਾ ਹੈ। ਰਹਾਓ, ਤੇਰੇ ਜੀ ਜੀਆ ਕਾ ਤੋਹੇ, ਵਾਹਿਗੁਰੂ ਨੂੰ ਸੰਬੋਧਨ ਕਰਕੇ ਬਚਨ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਸਾਰੇ ਜਿਹੜੇ ਜੀ ਜੰਤ ਤੁਰੇ ਫਿਰਦੇ ਹਨ, ਜਿੰਨੇ ਤੁਸੀਂ ਪੈਦਾ ਕੀਤੇ ਇਹ ਤੁਹਾਡੇ ਹੀ ਪੈਦਾ ਕੀਤੇ ਤੇ ਤੁਹਾਡੇ ਹੀ ਹਨ ਆਪਣੇ। ਜੀਆਂ ਕਾ ਤੋਹੇ, ਇਹਨਾਂ ਸਾਰੇ ਜੀਆਂ ਜਨਤਾਂ ਦਾ ਤੂੰ ਮਾਲਕ ਹੈ। ਤੇਰੇ ਜੀ ਹਨ, ਜੀਆਂ ਦਾ ਤੂੰ ਹੈ। ਕਿਤ ਕੋ ਸਾਹਿਬ ਆਵਹਿ ਰੋਹੇ, ਇਸ ਵਾਸਤੇ ਇਹ ਸਾਹਿਬ ਅਕਾਲ ਪੁਰਖ ਜੀ, ਕਿਸ ਵਾਸਤੇ, ਕਿਉਂ ਤੁਸੀਂ ਇਹਨਾਂ ਤੇ ਗੁੱਸੇ ਵਿੱਚ ਆਉਣਾ। ਭਾਵ ਤੁਸੀਂ ਇਹਨਾਂ ਜੀਆਂ ਤੇ ਕਿਉਂ ਗੁੱਸਾ ਕਰੋਗੇ। ਮਤਲਬ ਇਹਨਾਂ ਬਚਨਾਂ ਦਾ ਕਿ ਸੰਸਾਰ ਦੇ ਜੀਵ ਕਈ ਵਾਰ ਇੰਝ ਸਮਝ ਲੈਂਦੇ ਨੇ ਕਿ ਪ੍ਰਮਾਤਮਾ ਸਾਡੇ ਨਾਲ ਨਾਰਾਜ਼ ਹੈ, ਸਾਡੇ ਨਾਲ ਗੁੱਸੇ ਹੈ, ਸਾਨੂੰ ਉਹ ਦੁੱਖ ਦੇ ਰਿਹਾ, ਸਾਡੇ ਨਾਲ ਵੈਰ ਕਰਦਾ ਹੈ। ਤਾਂ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਦੋਂ ਹੈ ਹੀ ਸਾਰੇ ਜੀਵ ਉਸ ਵਾਹਿਗੁਰੂ ਪ੍ਰਮਾਤਮਾ ਦੇ, ਤੇ ਫਿਰ ਉਸਨੇ ਇਹਨਾਂ ਜੀਆਂ ਤੇ ਕਿਉਂ ਗੁੱਸਾ ਕਰਨਾ ਹੋਇਆ, ਕਿਉਂ ਉਹਨੇ ਇਹਨਾਂ ਦੇ ਉੱਪਰ ਨਾਰਾਜ਼ਗੀ ਜ਼ਾਹਰ ਕਰਨੀ, ਕਿਉਂ ਵੈਰ ਕਰਨਾ। ਜੇ ਤੂੰ ਸਾਹਿਬ ਆਵਹਿ ਰੋਹੇ, ਪਰ ਜੇ ਇਹ ਸਾਹਿਬ ਮਾਲਕ ਜੀ ਇਹਨਾਂ ਦੀਆਂ ਗਲਤੀਆਂ ਕਰਕੇ ਕਦੇ ਤੁਸੀਂ ਰੋਹ ਵਿੱਚ, ਗੁੱਸੇ ਵਿੱਚ ਆ ਵੀ ਜਾਂਦੇ ਹੋ, ਕਿਉਂਕਿ ਦਸਮ ਪਾਤਸ਼ਾਹ ਦਾ ਬਚਨ ਹੈ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸੰਤ ਜਨ ਜੇ ਸੰਸਾਰ ਵਿੱਚ ਦੁੱਖ ਪਾਉਂਦੇ ਹੋਣ ਤਾਂ ਵਾਹਿਗੁਰੂ ਮਾਨੋ ਦੁਖੀ ਹੁੰਦਾ, ਤੇ ਸਾਧੂਆਂ ਦੇ ਸੁਖੀ ਹੋਣ ਕਰਕੇ ਪ੍ਰਮਾਤਮਾ ਸੁਖੀ ਹੁੰਦਾ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਏਮਨਾਬਾਦ ਗਏ ਸਨ ਤੇ ਉਹਨਾਂ ਕੋਲ ਕੁਝ ਭਗਤ ਆ ਕੇ ਬੈਠ ਗਏ। ਰੋੜੀ ਸਾਹਿਬ ਗੁਰਦੁਆਰਾ ਸਾਹਿਬ ਹੈ ਏਮਨਾਬਾਦ ਦੇ ਬਾਹਰ, ਤੇ ਉਹਨਾਂ ਸਾਧੂਆਂ ਨੇ ਕਿਹਾ ਜੀ ਭੁੱਖ ਲੱਗੀ ਹੈ, ਕੁਝ ਛਕਣ ਨੂੰ ਚਾਹੀਦਾ। ਤਾਂ ਉਹਨਾਂ ਵਿੱਚੋਂ ਇੱਕ ਸਾਧ ਨੂੰ ਭਾਈ ਮਰਦਾਨਾ ਜੀ ਨਾਲ ਭੇਜਿਆ ਸੀ ਨਗਰ ਵਿੱਚ, ਤੇ ਜਿਸ ਵੇਲੇ ਗਏ ਕਿਸੇ ਘਰ 'ਚ, ਪਠਾਣਾ ਦੇ ਉਹ ਘਰ ਸਨ, ਉੱਥੇ ਵਿਆਹ ਸ਼ਾਦੀ ਦਾ ਸਮਾਗਮ ਹੋ ਰਿਹਾ ਸੀ, ਬੜੇ ਰੰਗ ਰਾਗ ਹੋ ਰਹੇ ਸਨ, ਬੜੇ ਗੁਲਸ਼ਰੇ ਉਡਾ ਰਹੇ ਸੀ ਉਹ। ਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਕੁਝ ਖਾਣ ਨੂੰ ਮੰਗਿਆ, ਕਿਉਂਕਿ ਭਗਤ ਕਬੀਰ ਜੀ ਦਾ ਬਚਨ ਹੈ ਕਿ ਮਧੂਕੜੀ ਮੰਗ ਕੇ ਲਿਆਉਣੀ ਕੋਈ ਬੁਰਾ ਕਰਮ ਨਹੀਂ। ਆਪਣੇ ਤਨ ਦੇ ਨਿਰਵਾਹ ਵਾਸਤੇ ਸਾਧਾਂ ਫਕੀਰਾਂ ਨੇ ਜੇ ਭਿਖਿਆ ਮੰਗਣੀ ਹੈ ਤੇ ਕੋਈ ਬੁਰਾ ਕੰਮ ਵੀ ਨਹੀਂ ਹੈ, ਸਿਰਫ ਤਨ ਦੇ ਨਿਰਵਾਹ ਵਾਸਤੇ, ਲਾਲਚ ਨਾ ਕਰਨ। ਉਂਝ ਤਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਰਤ ਕਮਾਈ ਕਰਕੇ ਛਕ ਕੇ ਤੇ ਹੋਰਨਾਂ ਨੂੰ ਵੰਡਣ ਦਾ ਉਪਦੇਸ਼ ਦਿੱਤਾ, ਪਰ ਕਬੀਰ ਜੀ ਨੇ ਵੀ ਕਿਹਾ, ਕਬੀਰ ਭਲੀ ਮਧੂਕੜੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ।
इस सुख ते भिखिया भली जो हर सिमरत दिन जाए। रहो विचार। सो सतगुरु की आग्या पा के गए सन भाई मरदाना जी, पर उन्होंने पठाणा ने धक्के मार के उन्होंने कढ़िया, कुछ हथों ना दिता। गृहस्थी का धर्म है कि ਉਹਦੇ घर ਵਿੱਚ कोई लोड़वंद अतिथि अभ्यागत कोई साधु संत फकीर आ जाए तो उतों कुछ वरोसाया जाए, उन्होंने कुछ ना कुछ दिता जाए जिन्नी की समर्था है। इस प्रकार एक गृहस्थी का धर्म है। कबीर जहाँ घर साध न सेवी है, हर की सेवा ना है, ते कर मरहट सारखे पूत बसै तन माहे। भाई मरदाना जी वापस मुड़ आए तो हजूर ने कहा, महाराज नगर निवासी लोगों का सुभाਅ नहीं चंगा, इस तरह उन्होंने साडा अपमान किया, नरादर किया। तो हजूर कहन लगे, मरदाना जी इन्हां दे पापा ने जन्म लै लिया काबल च। तो उत्थे शब्द उचारिया सी सतगुरु महाराज ने कि जैसी मैं आवे खसम की बाणी, तैसड़ा करी ज्ञान वे लालो, पाप की जाइन लै काबल होताया, जोरी मंगै दान वे लालो। फिर वो बाबर चढ़ के आया सी ते बड़ा कोहराम मचिया सी उस नगर विच। वो लोगों के कर्म कुछ ऐसे सन कि उन्होंने कर्मां नूं फल देण लई परमात्मा ने ऐसी खेड रचाई। पर फिर गुरु नानक साहब महाराज नूं दया भी आई सी, तरस भी आया सी उन्होंने लोगों ने। इस प्रकार इउं परमात्मा जीआं दे उपर गुस्से विच भी आउंदा है, ਉਹਦੇ पैदा कीते हुए ने। पर जे वाहिगुरू जी तुसीं साहिब जी गुस्से च आ भी जाओ तो तू उन्हां का तेरे ਉਹ है, वो फिर है तो तेरे ही हैं, तू उन्हां दा मालिक है, पैदा करने वाला, रचन वाला, पालन वाला, संघारण करने वाला, सारी सृष्टि का मालिक तू है, तो जी है तो तेरे ही हैं। असी बोल विगाड़, विगाड़ है बोल। असी फिक्के बोल बोलते हैं, इस करके साडा नाम पै गया बोल विगाड़। परमात्मा के हुक्म की अदूली करनी, जिवें क्या हजूर ने नानक बोलन चखना, दुख छड़ मंगीए सुख। इस प्रकार के बोल असी बोलते हैं, कई बार रब नूं ताने मिहने दिंदे हां। असी संसारी जीव विगड़े हुए बोल बोलण वाले, तां करके साडा नाम पै जांदा बड़बोले। असी बड़बोले जीव, बोल विगाड़ हाँ, बोल विगाड़ के बोलते हाँ, बचनां नूं विगाड़ के बोलते, यानी गलत विगड़े हुए बोल बोलते हाँ। तू नदरी अंदर तोला है तोल, पर हे वाहिगुरू नदरी दृष्टि दे मालिक वाहिगुरू जी, अपनी नज़र दे अंदर तुसीं सारे जीआं नूं अपने तोल नाल तोलदे हो। उन्हां दे भार नूं, उन्हां दे भाव, उन्हां दे कर्मां नूं, उन्हां दे जीवन नूं तुसीं तोलना जाणदे हो। तुहानूं सब बारे पता है कि इस दा किन्ना क तोल है। ਤੋਲਣ ਦਾ अर्थ है ਇੱਥੇ ਵਿਚਾਰਦੇ ਹੋ, ਸਾਰਿਆਂ ਦੇ ਕਰਮਾਂ ਨੂੰ ਤੁਸੀਂ ਵਿਚਾਰਦੇ ਹੋ ਮਹਾਰਾਜ ਆਪਣੀ ਦ੍ਰਿਸ਼ਟੀ ਦੇ ਅੰਦਰ ਹੀ। ਜਹ ਕਰਨੀ ਤਹ ਪੂਰੀ ਮਤ, ਜਿੱਥੇ ਗੁਰਾਂ ਦੀ ਦੱਸੀ ਹੋਈ ਕਰਨੀ ਨੂੰ ਕਮਾਇਆ ਜਾਂਦਾ। ਇੱਕ ਤਾਂ ਹੁੰਦੀ ਹੈ ਕੇਵਲ ਕਥਨੀ, ਪਰ ਸਤਿਗੁਰੂ ਦੀ ਦੱਸੀ ਕਰਨੀ ਕਾਰ ਨੂੰ ਜੇ ਕੋਈ ਕਮਾਉਂਦਾ ਹੈ ਤਹ ਪੂਰੀ ਮਤ, ਤਾਂ ਤਦ ਉੱਥੇ ਉਸ ਹਿਰਦੇ ਅੰਦਰ ਪੂਰਨ ਮਤ ਹੁੰਦੀ ਹੈ। जिवें पिछे सुरत की गल की हजूर ने, सुरत मत, इस तरह ही अकल बुद्ध उत्थे पूर्ण मत हुंदी है। क्योंकि एक बुद्धि है संसाराकार, एक विहाराकार, एक विकाराकार, एक ब्रह्माकार, आत्म विषैणी बुद्धि, चंगी उच्ची मत, जिस बारे क्या अकली साहिब सेवी, अकली पाईए मान, अकली पढ़ के बुझीए, अकली कीचा दान। ਜਾਂ जिस मत बारे क्या ऊतम मत मेरे हृदय तू आओ, ध्यावो गावो गुण गोविंदात प्रीतम मोह लाग्या ना। इस प्रकार जिथे करनी है ना चंगी महान गुरां दी दसी करनी, उत्थे मत भी पूरी हुंदी है। करनी बझ हो घटे घट, ते जिथे केवल कथनी होवे, विखावा होवे, भेख होवे, ते करनी होए ही ना। जिवें भट्ट साहिबान अपनी बाणी विच कहंदे ने, रहियो संत हो टोल, साध बहुत तेरे डिठे, सन्यासी तपसी यह मुख हो ए पंडित मिठे, बरस एक हों फिरियो किना न हो परचौ लायो, कहते आ कहती सुनी, कहते आ कहती सुनी। कथन करन वालियां दी कथनी बड़ी वधिया सुनी। रहत को खुशी ना आयो, पर रहणी विच रहण दी खुशी नहीं मन च आई, उस तरह की रहनी है नहीं। कथनी बड़ी सोहनी,
कहती सुनी रहत को खुशी ना आयो। हर नाम छोड़ दूजा लगे तिनके गुण हों क्या कहों। गुरदइये मिलायो भिखिया जिव तू रखै तिव रहों। ਭੱਟ ਭਿੱਖਾ ਜੀ ਕਹਿੰਦੇ ਨੇ ਕਿ ਸਾਨੂੰ ਅਕਾਲ ਪੁਰਖ ਨੇ ਗੁਰੂ ਸਾਹਿਬ ਨਾਲ ਮਿਲਾ ਦਿੱਤਾ ਤੇ ਹੁਣ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਮਹਾਰਾਜ ਜਿਵੇਂ ਤੁਸੀਂ ਰੱਖੋ ਅਸੀਂ ਉਸੇ ਤਰ੍ਹਾਂ ਰਹਿਣਾ ਚਾਹੁੰਦੇ, ਤੁਹਾਡੇ ਚਰਨਾਂ 'ਚੋਂ ਪਾਸੇ ਨਹੀਂ ਜਾਣਾ ਚਾਹੁੰਦੇ, ਕਿਉਂਕਿ ਇੱਥੇ ਕਰਨੀ ਹੈ, ਹੋਰ ਨਹੀਂ ਥਾਈਂ ਕੇਵਲ ਕਥਨੀ ਵੇਖੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਰਨੀ ਤੋਂ ਬਗੈਰ ਬਾਝੋਂ ਬਗੈਰ ਘੱਟੇ ਘੱਟ, ਘੱਟ ਹੀ ਘੱਟ ਹੈ ਸਾਰਾ ਕੁਝ, ਘਾਟਾ ਹੀ ਘਾਟਾ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਪ੍ਰਣਵਤ ਦਾ ਮਤਲਬ ਹੈ ਬੇਨਤੀ, ਬੇਨਤੀ ਕਰਦੇ, ਪ੍ਰਣਵਤ ਬੇਨਤੀ ਕਰਨੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਬੇਨਤੀ ਕਰਦੇ ਹੋਏ ਕਹਿੰਦੇ ਹਾਂ ਭਈ ਗਿਆਨੀ ਕੈਸਾ ਹੋਏ। ਗਿਆਨਵਾਨ ਪੁਰਸ਼ ਕੇਵਲ ਅੱਖਰਾਂ ਦਾ ਪੜ੍ਹਿਆ ਹੋਇਆ ਗਿਆਨੀ ਨਾ ਹੋਵੇ। ਕਿਹੋ ਜਿਹਾ ਗਿਆਨੀ ਹੋਵੇ ਜੀ? ਆਪ ਪਛਾਣੈ ਬੂਝੈ ਸੋਏ। ਜਿਹੜਾ ਕਰਨੀ ਕਮਾਈ ਕਰਕੇ ਆਪਣੇ ਆਪੇ ਨੂੰ, ਆਤਮਾ ਸਰੂਪ ਨੂੰ ਪਛਾਣ ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਵੀ ਬੁੱਝਦਾ ਜਾਣਦਾ ਹੈ ਬਈ ਇਹ ਅਸਲੀ ਹੈ। ਆਪ ਪਛਾਣੈ ਬੂਝੈ, ਉਸ ਪਰਮਾਤਮਾ ਨੂੰ ਵੀ ਬੁੱਝ ਲੈਂਦਾ। ਪਹਿਲਾਂ ਸਿਮਰਨ ਭਜਨ ਕਰਕੇ ਜਦੋਂ ਮਨ ਦੀ ਮੈਲ ਉਤਰਦੀ ਹੈ ਤੇ ਆਤਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਉਹੀ ਆਤਮਾ ਪਰਮਾਤਮਾ ਦੀ ਅੰਸ਼ ਹੈ। ਜਿਵੇਂ ਸੂਰਜ ਅਸਮਾਨ ਦੇ ਅੰਦਰ ਹੈ, ਉੱਪਰ ਬਹੁਤ ਦੂਰ, ਪਰ ਉਹ ਸਾਰੀ ਧਰਤੀ ਹਰ ਚੀਜ਼ ਤੇ ਉੱਤੇ ਉਹਦੀਆਂ ਕਿਰਨਾਂ ਪੈ ਰਹੀਆਂ, ਫਿਰ ਇੱਥੇ ਮਾਤਲੋਕ ਤੇ ਸਾਰੀ ਜ਼ਮੀਨ ਤੇ ਵੀ ਮੌਜੂਦ ਹੋਇਆ। ਇਸੇ ਪ੍ਰਕਾਰ ਆਤਮਾ ਅੰਸ਼ ਹੈ ਪਰਮਾਤਮਾ ਦੀ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟਾ ਨਾ ਮਨਸ। ਜਿਵੇਂ ਕਾਗਜ਼ ਤੇ ਪਈ ਸਿਆਹੀ ਨਹੀਂ ਮਿਟਦੀ, ਇਸੇ ਤਰ੍ਹਾਂ ਆਤਮਾ ਅਮਰ ਹੈ, ਮਿਟਦੀ ਨਹੀਂ, ਮਰਨ ਜੰਮਣ ਤੋਂ ਰਹਿਤ, ਸਰੀਰ ਹੀ ਜੰਮਦਾ ਮਰਦਾ। ਇਸ ਤਰ੍ਹਾਂ ਆਪੇ ਨੂੰ, ਅਸਲ ਸਰੂਪ ਜਿਹੜਾ ਆਪਣਾ, ਉਹਨੂੰ ਪਛਾਣ ਲੈਂਦਾ ਤੇ ਉਸ ਸੋਏ ਪ੍ਰਮਾਤਮਾ ਨੂੰ ਬੁੱਝ ਲੈਂਦਾ ਕਿ ਉਸ ਦਾ ਸਰੂਪ ਕਿਆ ਹੈ। ਗੁਰ ਪ੍ਰਸਾਦ ਕਰੇ ਵਿਚਾਰ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਮਨ ਹੀ ਮਨ ਅੰਦਰ ਬ੍ਰਹਮ ਦੀ ਵਿਚਾਰ ਹੀ ਕਰਦਾ ਰਹਿੰਦਾ ਹੈ। ਉਹਨੂੰ ਸੰਸਾਰ ਕਾਰ ਵਿਹਾਰ ਦੀਆਂ ਵਿਚਾਰਾਂ ਹਿਰਦੇ 'ਚ ਨਹੀਂ ਵਸਦੀਆਂ। ਉਹ ਫਿਰ ਆਪਣੇ ਆਪੇ ਦੀ, ਆਤਮਾ ਪਰਮਾਤਮਾ ਦੀ ਪਰਮਾਰਥ ਦੀ ਵਿਚਾਰ ਕਰਦਾ ਹੈ। ਸੋ ਗਿਆਨੀ ਦਰਗਹਿ ਪ੍ਰਵਾਨ। ਐਸਾ ਗਿਆਨਵਾਨ ਪੁਰਸ਼ ਦਰਗਾਹ ਦੇ ਅੰਦਰ ਪ੍ਰਵਾਨ ਹੀ ਕਬੂਲ ਪੈਂਦਾ ਹੈ, ਪ੍ਰਵਾਨ ਚੜ੍ਹ ਜਾਂਦਾ ਹੈ। ਉਹਦੀ ਕਰਨੀ ਕਮਾਈ ਸਫਲੀ ਹੋ ਜਾਂਦੀ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ 30ਵੇਂ ਸ਼ਬਦ ਅੰਦਰ ਉਪਦੇਸ਼ ਬਖਸ਼ਿਆ। ਅਗਲਾ ਸ਼ਬਦ ਉਚਾਰਦੇ ਹਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਇਸ ਸ਼ਬਦ ਨੂੰ ਵੀ ਘਰ ਚੌਥੇ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ ਸਤਿਗੁਰੂ ਜੀ। ਹਜ਼ੂਰ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾ। ਹੇ ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੇ ਦਰਿਆ ਦੀ ਨਿਆਈ ਹੋ। ਦਰਿਆ ਦਾ ਮਤਲਬ ਹੈ ਬਹੁਤ ਵਿਸ਼ਾਲ ਹੋ ਔਰ ਗਿਆਨ ਭਰਪੂਰ ਹੋ। ਦਾਨਾ ਜਾਣਕਾਰ ਹੋ ਮਹਾਰਾਜ, ਹਿਰਦਿਆਂ ਦੀਆਂ ਜਾਣਨ ਵਾਲੇ। ਬੀਨਾ ਵੇਖਣ ਵਾਲੇ। ਦ੍ਰਿਸ਼ਟਾ ਰੂਪ ਹੋ ਕੇ ਸਾਰੀ ਆਪਣੀ ਰਚੀ ਹੋਈ ਕਾਇਨਾਤ ਕੁਦਰਤ ਨੂੰ ਵੇਖਣ ਦੀ ਸਮਰੱਥਾ ਰੱਖਦੇ, ਵੇਖ ਰਹੇ ਹੋ। ਮੈਂ ਮਹਾਰਾਜ ਤੁਹਾਡੀ ਪੈਦਾ ਕੀਤੀ ਇੱਕ ਛੋਟੀ ਜਿਹੀ ਮੱਛਲੀ, ਤੇ ਜਿਵੇਂ ਮੱਛੀ ਦਰਿਆ ਜਾਂ ਸਮੁੰਦਰ ਦਾ ਅੰਤ ਕਦਾਚਿਤ ਨਹੀਂ ਪ੍ਰਾਪਤ ਕਰ ਸਕਦੀ, ਇਸੇ ਤਰ੍ਹਾਂ ਮਹਾਰਾਜ ਕੇਵਲ ਨਾਮ ਮਾਤਰ ਦੇ ਅਸੀਂ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ। ਤੁਸੀਂ ਤਾਂ ਬਹੁਤ ਵੱਡੇ ਹੋ। ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ। ਤੁਸੀਂ ਮੇਰੇ ਲਹਿਰਾਂ ਵਾਲੇ ਦਰਿਆ ਸਮੁੰਦਰ ਹੋ, ਅਸੀਂ ਤੁਹਾਡੇ ਮੱਛ ਹਾਂ ਜੀ। ਮੇਰਾ ਮਨ ਵਿੱਚ ਮੱਛ ਬਣਿਆ ਹੋਇਆ। ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰਾ। ਇੱਥੇ ਵੀ ਹਜ਼ੂਰ ਕਹਿੰਦੇ ਨੇ ਮੈਂ ਹਾਂ ਬਹੁਤ ਛੋਟੀ ਜਿਹੀ ਮਛਲੀ ਕੈਸੇ ਅੰਤ ਲਾਹਾਂ। ਤੁਸੀਂ ਬਹੁਤ ਵੱਡੇ ਮਹਾਨ ਵਿਸ਼ਾਲ ਦਰਿਆ ਹੋ ਮਹਾਰਾਜ, ਮੈਂ ਕਿਸ ਤਰ੍ਹਾਂ ਅੰਤ ਪਾ ਸਕਦੀ ਹਾਂ। ਜਹ ਜਹ ਦੇਖਾ ਤਹ ਤਹ ਤੂੰ ਹੈ। ਹਾਂ ਇੰਨੀ ਗੱਲ ਜ਼ਰੂਰ, ਜਿਵੇਂ ਮੱਛੀ ਦਰਿਆ ਜਿੱਧਰ ਜਿੱਧਰ ਵੀ ਨਜ਼ਰ ਪਾ ਕੇ ਵੇਖਦੀ, ਦਰਿਆ ਹੀ ਦਰਿਆ ਦਿਸਦਾ। ਜਿੱਧਰ ਜਿੱਧਰ ਵੀ ਮੈਂ ਵੇਖਦੀ ਹਾਂ, ਤਹ ਤਹ ਤਿੱਥੇ ਤਿੱਥੇ ਤੁਸੀਂ ਹੀ ਤੁਸੀਂ ਹੋ। ਤੁਹਾਥੋਂ ਭੱਜ ਕੇ ਤਾਂ ਕਿਤੇ ਜਾਇਆ ਨਹੀਂ ਜਾ ਸਕਦਾ। ਤੁਝ ਤੇ ਨਿਕਸੀ ਫੂਟ ਮਰਾ। ਇਹ ਜਗਿਆਸੂ ਦੀ ਅਵਸਥਾ ਹੈ। ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ। ਇੰਨਾ ਪ੍ਰੇਮ
ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫ ਤੜਫ ਕੇ ਮਰ ਜਾਂਦੀ। ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬੋ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਇਸ ਪ੍ਰਕਾਰ ਇਹ ਜੋ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਜੀਵੜਾ ਹੈ ਉਹ ਕਹਿ ਰਿਹਾ ਮੈਂ ਮਛਲੀ ਹਾਂ ਜੀ, ਤੁਸੀਂ ਹਰ ਥਾਂ ਮੌਜੂਦ ਆ, ਜਿੱਧਰ ਜਿੱਧਰ ਮੈਂ ਨਜ਼ਰ ਪਾ ਕੇ ਵੇਖਦੀ ਹਾਂ ਤੁਸੀਂ ਸਾਰੇ ਪਸਰੇ ਹੋਏ। ਜਿਵੇਂ ਦਰਿਆ ਚੋਂ ਬਾਹਰ ਨਿਕਲ ਕੇ ਮੱਛੀ ਫੁੱਟ ਕੇ ਮਰ ਜਾਂਦੀ ਹੈ, ਇਸੇ ਤਰ੍ਹਾਂ ਤੁਝ ਤੇ ਨਿਕਸੀ ਫੂਟ ਮਰਾਂ। ਤੁਹਾਡੇ ਤੋਂ ਨਿਕਲ ਕੇ ਪਾਸੇ ਹੋਣ ਕਰਕੇ ਮੈਂ ਤਾਂ ਫੁੱਟ ਕੇ ਤੜਫ ਤੜਫ ਕੇ ਪਾਟ ਕੇ ਮਰ ਜਾਵਾਂਗੀ। ਮੱਛੀ ਦਾ ਜਿਵੇਂ ਸੀਨਾ ਪਾਟ ਜਾਏ, ਇਸ ਪ੍ਰਕਾਰ ਮਹਾਰਾਜ ਤੁਹਾਡੇ ਤੋਂ ਬਾਹਰ ਨਿਕਲੀ ਹੋਈ ਤਾਂ ਮੈਂ ਪਾਟ ਕੇ ਫੁੱਟ ਕੇ ਮਰ ਜਾਣਾ। ਇਸ ਤਰ੍ਹਾਂ ਦੀ ਮੇਰੀ ਹਾਲਤ ਹੋਵੇਗੀ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਇਸੇ ਤਰ੍ਹਾਂ ਮਹਾਰਾਜ ਮੇਰਾ ਅਸਲੀ ਜੀਵਨ ਤਾਂ ਤੁਸੀਂ ਹੋ। ਇਹ ਅੰਦਰਲੇ ਜੀਵਨ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ। ਨਾ ਜਾਣਾ ਮਿਓ ਨਾ ਜਾਣਾ ਜਾਲੀ। ਮਿਓ ਦਾ ਅਰਥ ਹੈ ਮਲਾਹ। ਜਿਹੜੇ ਦਰਿਆਵਾਂ ਕੰਢੇ ਮਲਾਹ ਹੁੰਦੇ ਨੇ, ਬੇੜੀਆਂ ਚਲਾਉਣ ਵਾਲੇ, ਅਕਸਰ ਉਹ ਜਦੋਂ ਉਹਨਾਂ ਕੋਲ ਸਵਾਰੀਆਂ ਨਹੀਂ ਹੁੰਦੀਆਂ, ਮੁਸਾਫਰ ਨਹੀਂ ਹੁੰਦੇ, ਤੇ ਉਹਨਾਂ ਸਮਿਆਂ 'ਚ ਉਹ ਮੱਛੀਆਂ ਫੜਦੇ। ਇਹ ਦੋ ਤਰ੍ਹਾਂ ਨਾਲ ਮੱਛੀਆਂ ਫੜਨ ਵਾਲਿਆਂ ਦਾ ਜ਼ਿਕਰ ਹਜ਼ੂਰ ਨੇ ਬਾਣੀ 'ਚ ਕੀਤਾ, ਇੱਕ ਮਲਾਹਾਂ ਦਾ ਤੇ ਇੱਕ ਹੁੰਦੇ ਨੇ ਝੀਵਰ। ਝੀਵਰ ਮੇਲਿਓ ਜਾਲ, ਕਬੀਰ ਜੀ ਨੇ ਕਿਹਾ। ਇਸ ਪ੍ਰਕਾਰ ਜਾਂ ਮਲਾਹ ਮੱਛੀਆਂ ਫੜਦੇ ਸੀ ਜਾਂ ਝੀਵਰ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ, ਨਾ ਤਾਂ ਮੈਂ ਮਲਾਹ ਬਾਰੇ, ਮੱਛੀ ਫੜਨ ਵਾਲੇ ਬਾਰੇ ਜਾਣਦੀ ਹਾਂ, ਨਾ ਜਾਣਾ ਜਾਲੀ। ਮੈਨੂੰ ਨਾ ਜਾਲੀ ਦਾ ਹੀ ਕੋਈ ਗਿਆਨ ਹੈ। ਜਿਵੇਂ ਮੱਛੀ ਨੂੰ ਕੀ ਪਤਾ ਹੁੰਦਾ ਕਿਹੜੇ ਵੇਲੇ ਮਲਾਹ ਨੇ ਜਾਲੀ ਪਾ ਦਿੱਤੀ ਆ ਤੇ ਜਾਲੀ ਵਿੱਚ ਜਾਲ 'ਚ ਫਸਾ ਲੈਣਾ ਮੱਛੀਆਂ ਨੂੰ। ਇਸ ਪ੍ਰਕਾਰ ਮਹਾਰਾਜ ਮੈਨੂੰ ਤੇ ਖਬਰ ਹੀ ਕੋਈ ਨਹੀਂ ਮੇਓ ਦੀ, ਮਲਾਹ ਦੀ, ਤੇ ਨਾ ਜਾਲੀ ਦੀ। ਧਰਮਰਾਜ ਜਾਮਰੂਪ ਮਲਾਹ ਸੱਚੇ ਪਾਤਸ਼ਾਹ ਜੀ, ਤੇ ਜਾਲੀ ਹੈ ਮੌਤ ਦੀ ਫਾਹੀ। ਜਾਂ ਦੁੱਖ ਲੱਗੈ ਤਾਂ ਤੁਝੇ ਸੰਭਾਲੀ। ਜਿਸ ਤਰ੍ਹਾਂ ਮੱਛੀ ਨੂੰ ਜਿਸ ਵੇਲੇ ਪਕੜਿਆ ਜਾਂਦਾ ਤੇ ਉਹ ਫਿਰ ਬਾਹਰ ਕੱਢੀ, ਜਿਸ ਵੇਲੇ ਜਾਲੀ 'ਚ ਫਸ ਕੇ ਬਾਹਰ ਕੱਢੀ ਜਾਂਦੀ ਹੈ ਫਸਾ ਕੇ, ਤੇ ਉਹ ਫਿਰ ਪਾਣੀ ਨੂੰ ਚੇਤੇ ਕਰਕੇ ਤੜਫਦੀ ਹੈ। ਇਸ ਤਰ੍ਹਾਂ ਹੀ ਮਹਾਰਾਜ ਮੇਰੀ ਹਾਲਤ ਹੈ। ਜਦੋਂ ਦੁੱਖ ਲੱਗਦਾ ਹੈ, ਦੁੱਖ ਲੱਗੈ ਤਾਂ ਰਾਮ ਪੁਕਾਰਾ ਹੈ। ਵੈਸੇ ਇਹ ਸਾਡੀ ਸੰਸਾਰੀਆਂ ਦੀ ਹਾਲਤ ਹੈ। ਆਮ ਤੌਰ 'ਤੇ ਪ੍ਰਮਾਤਮਾ ਨੂੰ ਭੁਲਾ ਹੀ ਛੱਡਿਆ ਹੁੰਦਾ ਹੈ। ਜਦੋਂ ਦੁੱਖ ਚੰਬੜਦਾ ਹੈ ਤਾਂ ਸਾਡੇ ਹਿਰਦੇ 'ਚੋਂ ਫਿਰ ਉਦੋਂ ਪੁਕਾਰ ਨਿਕਲਦੀ ਹੈ। ਜਦੋਂ ਦੁੱਖ ਲੱਗਦਾ ਤਾਂ ਤੁਹਾਨੂੰ ਮਹਾਰਾਜ ਮੈਂ ਚੇਤੇ ਕਰਦੀ ਹਾਂ। ਰਹਾਓ, ਤੂੰ ਭਰਪੂਰ ਜਾਣਿਆ ਮੈਂ ਦੂਰ। ਹੇ ਵਾਹਿਗੁਰੂ ਜੀ, ਤੂੰ ਜਲ ਥਲ ਮਹੀਲ ਭਰਪੂਰ, ਦੂਜਾ ਨਾਹੀਂ ਕੋਏ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਦਸਮ ਪਾਤਸ਼ਾਹ ਕਹਿੰਦੇ, ਜਿਮੀ ਜ਼ਮਾਨ ਕੇ ਬਿਖਿਆ ਸਮਸਤ, ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਤੁਸੀਂ ਤਾਂ ਮਹਾਰਾਜ ਬਿਲਕੁਲ ਭਰਪੂਰ ਹੋ, ਸਭਨੀ ਥਾਈਂ ਰਵਿਆ ਆਪ। ਇਸ ਤਰ੍ਹਾਂ ਦੇ ਹੋ। ਇੱਕ ਮੈਂ ਅਣਜਾਣ ਹਾਂ ਕਿ ਮੈਂ ਤੁਹਾਨੂੰ ਦੂਰ ਜਾਣ ਲਿਆ ਸੱਚੇ ਪਾਤਸ਼ਾਹ ਜੀ। ਜੋ ਕਛ ਕਰੀ ਸੋ ਤੇਰਾ ਹਦੂਰ। ਪਰ ਜੋ ਕੁਛ ਵੀ ਮੈਂ ਕਰਦੀ ਹਾਂ ਤੁਹਾਡੀ ਹਜ਼ੂਰੀ ਵਿੱਚ ਹੀ ਹਾਂ, ਤੁਹਾਡੀ ਨਜ਼ਰ ਤੋਂ ਓਹਲੇ ਨਹੀਂ। ਜੀਵ ਭਾਵੇਂ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਪਰਮਾਤਮਾ ਤੋਂ ਓਹਲਾ ਕਰ ਲਿਆ। ਜਿਵੇਂ ਕੋਈ ਮਹਾਂਪੁਰਸ਼ ਸੀਗੇ ਸੰਤ, ਤੇ ਉਹਨਾਂ ਦੇ ਸੇਵਾਦਾਰ ਸਨ ਦੋ ਨਿਕਟਵਰਤੀ। ਤਾਂ ਕੁਝ ਪ੍ਰੇਮੀ ਸੰਗਤਾਂ ਨੇ ਪੁੱਛ ਲਿਆ, ਜੀ ਦਸਤਾਰਬੰਦੀ ਕਿਹਨੂੰ ਕਰਨੀ ਹੈ ਤੁਸੀਂ? ਕਹਿਣ ਲੱਗੇ, ਹੁਣੇ ਤੁਹਾਡੇ ਸਾਹਮਣੇ ਪਰਖ ਕੇ ਦੱਸ ਦਿੰਦੇ ਕਿਹੜਾ ਯੋਗ ਆ। ਇੱਕ ਨੂੰ ਉਹਨਾਂ ਕਬੂਤਰ ਫੜਾਇਆ ਵੀ ਲੈ ਕਾਕਾ ਆ ਲੈ ਜਾ, ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਕਬੂਤਰ ਦੀ ਗਰਦਨ ਮਰੋੜ ਕੇ ਤੇ ਲੈ ਆ। ਉਹ ਫੜ ਕੇ ਗਿਆ, ਥੋੜ੍ਹਾ ਜਿਹਾ ਕਿਸੇ ਕੰਧ ਓਲੇ ਹੋ ਕੇ ਤੇ ਗਰਦਨ ਮਰੋੜ ਕੇ ਲੈ ਆ। ਕਹਿਣ ਲੱਗੇ ਲੈ ਆ, ਕਹਿਣ ਲੱਗੇ ਬੈਠ ਜਾ। ਫਿਰ ਜਿਹੜਾ ਛੋਟਾ ਸੀ ਉਹਨੂੰ ਪਕੜਾਇਆ ਕਬੂਤਰ, ਲੈ ਬੇਟਾ ਇਹਦੀ ਗਰਦਨ ਉੱਥੇ ਮਰੋੜਨੀ ਜਿੱਥੇ ਕੋਈ ਵੇਖਦਾ ਨਾ ਹੋਵੇ। ਉਹ ਚਲਾ ਗਿਆ ਕੁਛ ਓਲੇ, ਫਿਰ ਕਹਿਣ ਲੱਗਾ ਕੋਈ ਵੇਖਦਾ ਨਾ ਹੋਵੇ, ਜੰਗਲ ਚਲਾ ਗਿਆ। ਫਿਰ ਵਿਚਾਰ 'ਚ ਫਿਰ ਨਜ਼ਰ ਦੌੜਾਈ, ਕਹਿਣ ਲੱਗਾ ਉੱਪਰ ਪੰਛੀ ਵੇਖਦੇ ਨੇ। ਫਿਰ ਇੱਕ ਗੁਫਾ 'ਚ ਵੜਿਆ। ਫਿਰ ਕਹਿਣ ਲੱਗਾ ਕਬੂਤਰ ਮੇਰੇ ਵੱਲ ਵੇਖ ਰਿਹਾ, ਮੈਂ ਇਹਦੇ ਵੱਲ ਵੇਖ ਰਿਹਾ। ਸੰਤ ਜੀ ਕਹਿੰਦੇ ਸੀ ਜਿੱਥੇ ਕੋਈ ਨਾ ਵੇਖਦਾ ਹੋਵੇ। ਫਿਰ ਉਸਨੇ ਇੱਕ ਪੱਟੀ ਬੱਧੀ ਕਬੂਤਰ ਦੀਆਂ ਅੱਖਾਂ 'ਤੇ, ਆਪਣੀਆਂ ਅੱਖਾਂ 'ਤੇ ਵੀ। ਫਿਰ ਖਿਆਲ ਕੀਤਾ ਵੀ ਨਹੀਂ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਕੋਈ ਨਾ ਵੇਖਦਾ ਹੋਵੇ। ਪਰਮਾਤਮਾ ਤਾਂ ਹਰ ਥਾਂ ਹੀ ਵੇਖਦਾ ਹੈ।
इस करके वो मुड़ आया। कहने लगा जी तुसां ही कथा करके उपदेश दिंदियां समझाया भई हर थां ही वाहिगुरू जी वेखदे ने, आपे बीना आपे दाना, दाना जाणकार भी है ते बीना दृष्टा रूप हो गए। वाहिगुरू जी के नेत्र बड़े विशाल ने, सारी सृष्टि कुदरत के कर्मां नूं वेख रहे हैं। ऐसी जगह कोई नहीं मिल सकती जिथे कोई ना वेखदा होवे। परमात्मा सच्चा अकाल पुरख तां हर थां वेखदा जी। कहने लगे शाबाश दूरदर्शी हाँ, यही परख करनी सी बेटा, भावें उम्र तेरी छोटी है पर तू बरीक अकल वाला, समझदार है, बचन की पकड़ करने वाला है। जो सुनिया है हिरदे च धारिया भी परमात्मा हर थां वेखदा है, इस करके दस्तार तैनूं देंगे। इयों गुरु के प्यारिओ सतगुरु महाराज कहते ने कि जो कुछ भी मैं करदा हाँ तेरी हजूरी विच, तेरे सामने, तेरा हदूर तेरे सामने हाँ, तू देखा है हो मुकर पाओ। तुसीं तां महाराज सब थां वेखदे हो, पर मैं मुकर पैना अपने माड़े कर्म करके। जो कुछ मैं करदा हाँ उन्हां कर्मां तो मुकर जाण दा यतन करदा जीव। सो इस प्रकार करत विकार दो कर झारत, माड़े कर्म करदा होया दोवें हथ झाड़ चढ़ विखाउंदा मैं नहीं कुछ भी कीता। राम रतन रिद तिल नहीं धारत, ऐसी अवस्था है। तुसीं वेखदे हो पर मैं अपने कर्म करके मुकर पैना, मुकर जाण दा यतन करदा। तेरा कम ना तेरा नाए, ना देली दीपक है, दोवें पासी लगेगा। ना तो महाराज तेरे किसे कम आउण वाला मैं, तेरे दिते तेरे बख्शे होए काम कार विच मैं लगा होया, ते ना ही तेरे नाम नाल मैं जुड़िया होया। जिहड़ी कार जिहड़ा काम तुसीं सौंपिया मनुखा देही करके, संत जनां दी सेवा, सतसंगत दी सेवा, सो इस प्रकार गुर सेवा तपां सिर तपसार आदि, ये इस काम विच भी मैं लगा नहीं होया ते ना मैं तेरे नाम नाल जुड़िया होया। जेता देह तेता हाओ खाओ, जिन्ना क पदार्थ तुसीं मैनूं दिंदे हो बख्शदे हो उन्ना क मैं छकदा हाँ, ग्रहण करदा हाँ। सच्चे पातशाह जो तुसीं दिता ही नहीं वो मैं किवें प्राप्त कर सकदा। जो कुछ भी मैं खांदा हाँ उन्ना सारा तुहाडा ही दिता होया है। ब्याह दर ना ही कै दर जाओ, ब्याह दा अर्थ है होर दूजा कोई दर नहीं है, दरवाजा नहीं मेरे वास्ते जिस दर ते मैं जावां। कै दर जाऊँ, किस दर ते फिर मैं जावां। सच्चे पातशाह एक दर मेरा तुसीं हो, तुहाडा ही दरवाजा मल्लिया सच्चे पातशाह जी। नानक एक कह अरदास, सतगुरु नानक देव महाराज कहंदे ने कि ये दास एक अरदास कहंदा तेरे दर ते, बेनती करदा है अर्जदास्त। सो इस प्रकार हिरदे विचों निकली फरियाद, अरदास जिहड़ी हिरदे चों निकले और पूरी भावना सहित होए वो तां प्रवान चढ़दी है। हजूर दसम पातशाह ने इस अरदास बारे कहा, हस्ती की चिंगार पहुँचत है पातशाह ताहे, चीटी की पुकार पहले सुनीयत है। आम तौर पर हाथी झंगाड़दा ते दूर दूर तक साढ़े कन्नां 'च आवाज़ पैंदी, कदे कीड़ी की आवाज़ तो असां सुनी नहीं। और हजूर ने कहा इत्थे उल्ट काम है, हाथी की झंगाड़ तेरे दर ते देरी नाल पहुँचदी है, कीड़ी की पुकार पहलां सुनदा। कीड़ी वर्गे जिहड़े निमरतावान हैं उन्हां दे हिरदे चों निकली फरियाद तू पहलां सुनदा है, ते जिहड़े मोटे ने हंकार दे सहित हाथी वर्गे उन्हां दी पुकार देरी नाल सुनी जाती है तेरे दर ते। सैदा मलाह कुछ अखर लिखने नहीं सी जाणदा, ਕੰਮ ਧੰਦਿਆਂ ਚੋਂ ਵੇਲ ਕੱਢ ਕੇ ਆਨੰਦਪੁਰ ਸਾਹਿਬ ਦਰਸ਼ਨ ਕਰ ਨਹੀਂ ਸੀ ਜਾ ਸਕਦਾ। ਉਹੀ ਕਮਾਉਣਾ ਉਹੀ ਖਾਣਾ, ਗਰੀਬ ਸੀ ਪਰ ਮਨ 'ਚ ਬੜੀ ਤਾਂਘ ਕਿ ਕਿਤੇ ਜਿਉਂਦਿਆਂ ਜਿਉਂਦਿਆਂ ਗੁਰੂ ਕਲਗੀਧਰ ਆਨੰਦਪੁਰ ਵਾਲੇ ਗੁਰੂ ਦੇ ਦਰਸ਼ਨ ਹੋ ਜਾਣ। ਤੇ ਫਿਰ ਸਤਿਗੁਰੂ ਜੀ ਆਪ ਚੱਲ ਕੇ ਆਏ ਦਰਸ਼ਨ ਦੇਣ ਸਤਲੁਜ ਦੇ ਕਿਨਾਰੇ ਤੇ ਬੇੜੀਆਂ ਹੋਰ ਵੀ ਬੜੀਆਂ ਸਨ, ਪਰ ਸੈਦੇ ਦੀ ਤਾਂ ਬੇੜੀ ਵੀ ਪੁਰਾਣੀ ਜਿਹੀ ਸੀ, ਉਹਦੀ ਬੇੜੀ 'ਚ ਬਹਿ ਗਏ। ਕਹਿਣ ਲੱਗੇ ਮਲਾਹ ਸਾਹਿਬ ਪਾਰ ਜਾਣਾ। ਤਾਂ ਸੈਦਾ ਗਦਗਦ ਹੋ ਗਿਆ ਵੀ ਹੈ ਸੈਦਿਆ ਤੇਰੀ ਬੇੜੀ 'ਚ ਅਨੰਦਪੁਰ ਸਾਹਿਬ ਵਾਲੇ ਗੁਰੂ ਆ ਬੈਠੇ ਆਪਣੇ ਸੇਵਕਾਂ ਸਮੇਤ, ਔਰ ਦਰਸ਼ਨਾਂ ਦਾ ਅੰਮ੍ਰਿਤ ਪੀਣ ਲੱਗਾ। ਨੇਤਰ ਚਕੋਰਾਂ ਦੀ ਨਿਆਈ ਗੁਰੂ ਕਲਗੀਧਰ ਦੇ ਚਿਹਰੇ ਤੇ ਗੜ ਦਿੱਤੇ, ਦਰਸ਼ਨਾਂ ਦਾ ਅੰਮ੍ਰਿਤ ਪੀਣ ਲੱਗਾ। ਕਦੇ ਬੇੜੀ ਇਸ ਪਾਸੇ ਕਦੇ ਇਸ ਪਾਸੇ, ਚੇਤਾ ਭੁੱਲਿਆ ਹੋਇਆ। ਐਸਾ ਅਲਬੇਲੀ ਜੀ ਅਵਸਥਾ ਚਲਾ ਗਿਆ। ਤੇ ਕੁਝ ਸਮੇਂ ਬਾਅਦ
ਜਦੋਂ ਉਹਨੂੰ ਹੋਸ਼ ਪਰਤੀ ਤੇ ਕਹਿਣ ਲੱਗਾ, ਹੈ ਸੈਦਿਆ ਗੁਰੂ ਤੇਰੇ ਵਾਸਤੇ ਵਿਹਲਾ। ਉਹਨਾਂ ਕਿਹਾ ਸੀ ਪਾਰ ਜਾਣਾ, ਤੂੰ ਇੱਥੇ ਨੇੜੇ ਹੀ ਬੇੜੀ ਘੁਮਾਈ ਜਾਂਦਾ। ਤਾਂ ਪਾਰ ਲਾਇਆ ਤਾਂ ਗੁਰੂ ਕਲਗੀਧਰ ਜੀ ਬੇੜੀ 'ਚੋਂ ਉਤਰ ਕੇ ਖੀਸੇ 'ਚ ਹੱਥ ਪਾਇਆ, ਕਹਿਣ ਲੱਗੇ ਮਲਾਹ ਸਾਹਿਬ ਕਿੰਨਾ ਤੁਹਾਡਾ ਰਜੀਨਾ ਬਣ ਗਿਆ, ਕਿੰਨੀਆਂ ਮੋਹਰਾਂ ਪਾਵਦਾ ਜੀ। ਹੱਥ ਜੋੜ ਕੇ ਕਹਿਣ ਲੱਗਾ ਜੀ ਇੱਕ ਮਲਾਹ ਦੂਜੇ ਮਲਾਹ ਤੋਂ ਪੈਸੇ ਨਹੀਂ ਲੈਂਦਾ। ਹਜ਼ੂਰ ਕਹਿਣ ਲੱਗੇ ਤੂੰ ਤਾਂ ਮਲਾਹ ਭਾਈ, ਅਸੀਂ ਤਾਂ ਮਲਾਹ ਨਹੀਂ। ਕਹਿਣ ਲੱਗਾ ਅਸਲ ਵਿੱਚ ਹੈ ਹੀ ਤੁਸੀਂ ਮਲਾਹ ਮਾਰੇ, ਮੈਂ ਤਾਂ ਮੇਰੇ ਪਿਓ ਨੇ ਜਿਹੜਾ ਚੱਪੂ ਉਹਦੇ ਹੱਥ ਵਿੱਚ ਸੀ ਉਹ ਮੇਰੇ ਹੱਥ ਫੜਾ ਦਿੱਤਾ ਤੇ ਪੂਰ ਇੱਧਰੋਂ ਬਿਠਾ ਕੇ ਉੱਧਰ ਲੰਘਾਉਣਾ, ਉੱਧਰੋਂ ਇੱਧਰ, ਇਹਦੇ ਨਾਲ ਮੇਰਾ ਰੋਜ਼ੀਨਾ ਚੱਲਦਾ। ਪਰ ਭਵ ਸਾਗਰ ਸੰਸਾਰ ਤੋਂ ਬੇੜੇ ਬੰਨੇ ਲਾਉਣ ਵਾਲੇ ਮਲਾਹ ਤਾਂ ਤੁਸੀਂ ਹੋ ਜੀ। ਜੇ ਤੁੱਠੇ ਹੋ ਤਾਂ ਬੇੜਾ ਬੰਨੇ ਲਾਓ, ਪੈਸੇ ਦੇਣ ਵਾਲੇ ਤਾਂ ਰੋਜ਼ ਮਿਲਦੇ ਨੇ। ਹਜ਼ੂਰ ਨੇ ਜੱਫੀ 'ਚ ਲੈ ਲਿਆ, ਕਹਿੰਦੇ ਸੈਦਿਆ ਬੇੜਾ ਤੇ ਪਾਰ ਹੋ ਗਿਆ ਜਦੋਂ ਤੂੰ ਭਾਵਨਾ ਕੀਤੀ ਸੀ। ਸੋ ਇਸ ਪ੍ਰਕਾਰ ਜਿਹੜੀ ਇਹ ਭਾਵਨਾ ਹੈ ਇਹਦੇ ਦੁਆਰਾ ਹੀ ਬੇੜਾ ਪਾਰ ਹੁੰਦਾ। ਸੋ ਇਸ ਪ੍ਰਕਾਰ ਇਹ ਅਰਦਾਸ ਹਿਰਦੇ ਵਿੱਚੋਂ, ਜਿਵੇਂ ਮਾਈ ਦੇਸਾਂ ਬੇਨਤੀਆਂ ਕਰਦੀ ਸੀ ਗੁਰੂ ਕਲਗੀਧਰ ਦੇ ਦਰਸ਼ਨ ਕਰਨ ਨੂੰ, ਤਾਂ ਹਜ਼ੂਰ ਆਪ ਖੁਦ ਹੀ ਚੱਲ ਕੇ ਗਏ ਸੀ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਵਾਲਾ ਪਿੰਡ ਆ ਉੱਥੇ, ਤੇ ਦਰਸ਼ਨ ਦੇ ਕੇ ਨਿਹਾਲ ਕਰਤਾ ਸੀ, ਬੜੇ ਵਰਦਾਨ ਬਖਸ਼ੇ ਸੀ। ਮਾਈ ਤੂੰ ਧੰਨ, ਤੇਰਾ ਜਨਮ ਧੰਨ, ਜੋ ਤੇਰੇ ਦਰਸ਼ਨ ਕਰਨਗੇ ਉਹਨਾਂ ਨੂੰ ਮੇਰੇ ਦਰਸ਼ਨ ਦਾ ਫਲ ਮਿਲੇਗਾ, ਜੋ ਤੇਰੀ ਸੇਵਾ ਕਰਨਗੇ ਉਹ ਵੀ ਤਰ ਜਾਣਗੇ, ਮਾਈ ਤੇਰੇ ਰੋਮ ਰੋਮ ਵਿੱਚ ਵਾਹਿਗੁਰੂ ਆਦਿਕ। ਸੋ ਇਸ ਪ੍ਰਕਾਰ ਕੋਈ ਵੱਡੀ ਭੇਟਾ ਨਹੀਂ ਸੀ ਉਹਦੇ ਪਾਸ ਜੋ ਗੁਰੂ ਸਾਹਿਬ ਨੂੰ ਉਹਨੇ ਭੇਟਾ ਕਰਨੀ ਸੀ। ਇੱਕ ਖੇਸ ਬਣਾਇਆ ਸੀ, ਖੇਸ ਸੁਣਿਆ ਸੀ ਆਪਣੀ ਹੱਥੀਂ ਵਾਹਿਗੁਰੂ ਵਾਹਿਗੁਰੂ ਜਪਦਿਆਂ, ਪ੍ਰੇਮ ਅੰਦਰ ਸੱਜਾ ਸੀ। ਤੇ ਇਸ ਪ੍ਰਕਾਰ ਉਹ ਅਰਦਾਸ ਪ੍ਰਵਾਨ ਹੋਈ ਤੇ ਉਸ ਅਰਦਾਸ ਨੇ ਕੋਲਾਂ ਹੀ ਤਾਰ ਦਿੱਤੀਆਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇੱਕ ਅਰਦਾਸ ਬੇਨਤੀ ਦਾਸ ਕਹਿੰਦਾ ਤੇਰੇ ਚਰਨਾਂ 'ਚ, ਜੀਓ ਪਿੰਡ ਸਭ ਤੇਰਾ ਪਾਸ। ਮੇਰਾ ਜੀਓ ਜਿੰਦ ਤੇ ਪਿੰਡ ਸਰੀਰ ਤੇਰਾ ਹੀ ਦਿੱਤਾ ਹੋਇਆ ਤੇ ਤੇਰੇ ਹੀ ਹੱਥ ਵਿੱਚ ਇਹਦੀ ਡੋਰ ਆ, ਤੇਰੇ ਪਾਸ ਤੇਰੇ ਕੋਲ ਹੈ, ਭਾਵ ਤੇਰੇ ਆਸਰੇ ਹੈ। ਜਦੋਂ ਤੱਕ ਤੂੰ ਰੱਖੇਗਾ ਇਸ ਜਿੰਦ ਨੂੰ ਇਸ ਸਰੀਰ ਵਿੱਚ ਉਦੋਂ ਤੱਕ ਰਹੇਗੀ, ਜਦੋਂ ਤੱਕ ਪਿੰਡ ਸਰੀਰ ਕਾਇਮ ਰੱਖੇਗਾ ਉਦੋਂ ਤੱਕ ਰਹੇਗਾ। ਮੇਰੇ ਆਪਣੇ ਹੱਥ ਵਿੱਚ ਨਹੀਂ, ਇਹ ਪਿੰਡ ਸਰੀਰ ਵੀ ਤੇ ਜਿੰਦ ਵੀ ਸਭ ਕੁਝ ਤੇਰੇ ਪਾਸ ਹੀ ਹੈ। ਔਰ ਮਹਾਰਾਜ ਤੇਰਾ ਪੈਦਾ ਕੀਤਾ ਤੇ ਹੁਣ ਵੀ ਤੇਰੇ ਆਸਰੇ ਆ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੂੰ। ਵਾਹਿਗੁਰੂ ਜੀ ਆਪ ਹੀ ਨੇੜੇ ਹਨ ਤੇ ਆਪ ਹੀ ਵਾਹਿਗੁਰੂ ਦੂਰ ਹਨ। ਭਾਵ ਜੋ ਦੂਰੀ ਤੇ ਉੱਥੇ ਵੀ ਪਹੁੰਚ ਆ ਤੇ ਹੁਣ ਜੋ ਨੇੜੇ ਇੱਥੇ ਬਿਲਕੁਲ ਨਜ਼ਦੀਕ, ਇੱਥੇ ਤੱਕ ਵੀ ਪ੍ਰਮਾਤਮਾ ਦੀ ਪਹੁੰਚ ਹੈ। ਹਰ ਥਾਂ ਵਾਹਿਗੁਰੂ ਜੀ ਮੌਜੂਦ ਨੇ, ਸਭਨੇ ਥਾਈਂ ਰਵਿਆ ਆਪ। ਆਪ ਹੀ ਨੇੜੇ ਰਹੋ ਸੱਚੇ ਪਾਤਸ਼ਾਹ ਤੇ ਆਪ ਦੂਰ ਵੀ ਹੋ। ਇਸੇ ਤਰ੍ਹਾਂ ਗੁਰਮੁਖਾਂ ਵਾਸਤੇ ਬਿਲਕੁਲ ਨਜ਼ਦੀਕ ਹੋ ਤੇ ਮਨਮੁਖਾਂ ਦੇ ਹਿਰਦੇ 'ਚੋਂ ਗੁਪਤ ਹੋ ਰਹੇ, ਇਸ ਕਰਕੇ ਦੂਰ ਹੋ। ਆਪੇ ਹੀ ਆਪੇ ਮੰਝ ਮਿਆਨੋ। ਇਹ ਜਿਹੜੇ ਇਹਨਾਂ ਤਿੰਨਾਂ ਪੰਕਤੀਆਂ 'ਚ ਬਚਨ ਆ ਰਹੇ ਨੇ, ਮਿਆਨੋ ਇਹ ਦੋ ਮਾਤਰਾ ਲੱਗੀਆਂ ਹੋਈਆਂ, ਨੰਨੇ ਨੂੰ ਔਂਕੜ ਵੀ ਤੇ ਨੰਨੇ ਨੂੰ ਹੋੜਾ ਵੀ। ਫਿਰ ਅੱਗੇ ਆਇਆ ਜਹਾਨੋ, ਉੱਥੇ ਵੀ ਔਂਕੜ ਤੇ ਹੋੜਾ। ਪਰਵਾਨੋ ਔਂਕੜ ਤੇ ਹੋੜਾ, ਮਤਲਬ ਇਹ ਅਸਲ ਵਿੱਚ ਸ਼ਬਦ ਹਨ ਮਿਆਨ, ਜਹਾਨ ਤੇ ਪ੍ਰਵਾਨ। ਇਹ ਸਿਰਫ ਛੰਦ ਦੀ ਚਾਲ ਨੂੰ ਪੂਰਾ ਕਰਦਿਆਂ ਹੋਇਆਂ ਉੱਤੇ ਹੋੜੇ ਲਾਏ ਨੇ। ਬੋਲਣਾ ਹੋੜਿਆਂ ਦੇ ਸਹਿਤ ਹੀ ਆ, ਥੱਲੜੀ ਔਂਕੜ ਨਹੀਂ ਫਿਰ ਬੋਲਿਆ ਜਾਣਾ, ਉੱਪਰਲਾ ਹੋੜਾ ਹੀ ਬੋਲਿਆ ਜਾਏਗਾ, ਪਰ ਅਰਥ ਇਹਦਾ ਮਿਆਨ, ਜਹਾਨ ਤੇ ਪ੍ਰਵਾਨ ਹੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਆਪ ਹੀ ਨੇੜੇ ਹੋ ਆਪ ਹੀ ਦੂਰ, ਵਾਹਿਗੁਰੂ ਜੀ ਆਪੇ ਮੰਝ ਮਿਆਨੋ। ਮਿਆਨੋ ਦਾ ਅਰਥ ਹੈ ਮਿਆਨ ਵਿਚਕਾਰਲਾ ਹਿੱਸਾ, ਵਿਚਕਾਰਲੇ ਹਿੱਸੇ ਦੇ ਮੰਝ ਵਿੱਚ ਵੀ ਤੁਸੀਂ ਹੋ। ਭਾਵ ਇਹ ਜਿਵੇਂ ਮਾਤ ਲੋਕ ਇੱਥੇ ਨੇੜੇ ਆ ਤੇ ਉੱਪਰ ਆਕਾਸ਼ ਹੈ ਬਹੁਤ ਦੂਰ, ਤੇ ਵਿਚਲਾ ਜਿਹੜਾ ਮੱਧਲਾ ਹਿੱਸਾ ਉਹਨੂੰ ਕਹਿੰਦੇ ਨੇ ਮਿਆਨ। ਸੋ ਇਸ ਪ੍ਰਕਾਰ ਦੋਹਾਂ ਦੀ ਸੰਧ ਵਿਚਲਾ ਜਿਹੜਾ ਹਿੱਸਾ ਤੋ ਇਹ ਸੱਚੇ ਪਾਤਸ਼ਾਹ ਜੀ ਆਪ ਹੀ ਦੂਰ ਆਪ ਹੀ ਨੇੜੇ ਤੇ ਵਿੱਚ ਜਿਹੜਾ ਨਾ ਵਿਚਕਾਰਲਾ ਹਿੱਸਾ ਉਹਦੇ ਮੰਝ ਵਿੱਚ ਵੀ ਆਪ ਹੀ ਹੋ, ਤੁਸੀਂ ਹੋਰ ਕੌਣ। ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋਂ। ਆਪ ਹੀ ਵਾਹਿਗੁਰੂ ਜੀ ਸੁਣਦੇ ਹਨ ਸਾਰਿਆਂ ਦੇ ਹਿਰਦਿਆਂ ਦੀਆਂ ਪੁਕਾਰਾਂ ਨੂੰ, ਆਪ ਵੇਖਦੇ ਸੰਭਾਲ ਵੀ ਕਰ ਰਹੇ ਨੇ, ਸਾਰਿਆਂ ਜੀਆਂ ਤੇ ਨਜ਼ਰ ਪਾਈ ਹੋਈ ਹੈ। ਕੁਦਰਤ ਕਰੇ ਜਹਾਨੋਂ, ਆਪਣੀ ਕੁਦਰਤ ਦੁਆਰਾ ਇਸ ਜਹਾਨ ਦੀ ਸਿਰਜਣਾ ਵੀ ਵਾਹਿਗੁਰੂ ਨੇ ਆਪ ਹੀ ਕੀਤੀ ਹੋਈ ਹੈ। ਆਪਣੀ ਕੁਦਰਤ
द्वारा आप ही जहाँ कुदरत माया, अपनी रचना कुदरत माया द्वारा ये सारा जहान रचिया होया। जो तिस भावै नानका हुक्म सोई परवानो, जो तिस परमात्मा ਨੂੰ ਭਾਉਂਦਾ ਹੈ ਉਹ ਹੁਕਮ ਫਰਮਾਨ ਹੀ ਜੀਆਂ ਨੂੰ ਪ੍ਰਵਾਨ ਕਰਨਾ ਪੈਂਦਾ। ਕੁਝ ਹੱਸ ਕੇ ਪ੍ਰਵਾਨ ਕਰਦੇ ਨੇ, ਤੇਰਾ ਕੀਆ ਮੀਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ, ਜਿਵੇਂ ਸਤਿਗੁਰਾਂ ਨੇ ਕਿਹਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਔਰ ਜੋ ਨਹੀਂ ਵੀ ਮਿੱਠਾ ਕਰਕੇ ਮੰਨਦੇ, ਮੰਨਣਾ ਤਾਂ ਉਹਨਾਂ ਨੂੰ ਵੀ ਪੈਂਦਾ, ਕਿਉਂਕਿ ਜਿਸ ਨਾਲ ਜੋਰ ਨਾ ਚੱਲੇ ਖਲੇ ਕੀਚੈ ਅਰਦਾਸ। ਅਰਦਾਸ ਤਾਂ ਕਰ ਸਕਦੇ ਹਾਂ, ਪਰ ਵਾਹਿਗੁਰੂ ਅੱਗੇ ਚਾਰਾ ਜੋਰੀ ਹੀਲ ਹੁਜਤ ਤੇ ਕੋਈ ਨਾ ਚੱਲ ਸਕਦੀ। ਜੋ ਤਿਸ ਪਰਮਾਤਮਾ ਨੂੰ ਹਜ਼ੂਰ ਕਹਿੰਦੇ ਭਾਉਂਦਾ ਹੈ ਉਹ ਹੁਕਮ ਹੀ ਪ੍ਰਵਾਨ ਕਰਨਾ ਪੈਂਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਪਹਿਲੇ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਰਾਗ ਵਿੱਚ ਅਗਲਾ ਸ਼ਬਦ ਉਚਾਰਦੇ ਹਨ, ਜਿਸ ਨੂੰ ਚੌਥੇ ਘਰ ਸੁਰਤਾਲ ਅੰਦਰ ਗਾਇਨ ਕਰਨ ਦੀ ਆਗਿਆ ਕਰ ਰਹੇ ਨੇ। ਕੀਤਾ ਕਹਾ ਕਰੇ ਮਨ ਮਾਨ, ਕੀਤਾ ਮੇਰੇ ਸਾਹਿਬ ਹੋਂ ਕੀਤਾ ਤੇਰਾ। ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਕੋਈ ਜੀਵ ਕਹਾ ਕਰੇ ਮਨ ਮਾਨ, ਆਪਣੇ ਮਨ ਦੇ ਅੰਦਰ ਕਹਾ ਕਰੇ ਮਾਣ। ਕਿਆ ਮਾਣ ਕਰੇ, ਕਿੱਥੋਂ ਤੱਕ ਮਾਣ ਕਰੇਗਾ? ਇਸ ਦਾ ਮਾਣ ਕੀਤਾ ਕਿਸ ਅਰਥ? ਚੰਗਾ ਨਹੀਂ ਨਾ ਲੱਗੇਗਾ ਵਾਹਿਗੁਰੂ ਨੂੰ। ਸੋ ਇਹਦਾ ਆਪਣਾ ਤਾਂ ਕੁਛ ਹੈ ਨਹੀਂ, ਨਾ ਆਪਣਾ ਸਰੀਰ ਆਪ ਬਣਾਇਆ, ਨਾ ਇਹ ਜੀਵ ਆਤਮਾ ਆਪ ਵਿੱਚ ਪਈ ਹੈ ਆਪਣੇ ਆਪ, ਨਾ ਇਸ ਸਰੀਰ ਦੀ ਪੈਦਾਇਸ਼ ਤੋਂ ਬਾਅਦ ਜੋ ਕੁਝ ਪਦਾਰਥ ਮਿਲੇ ਹਨ ਉਹ ਆਪ ਬਣਾ ਲਏ ਕੁਛ। ਸਭ ਕੁਛ ਪਰਮਾਤਮਾ ਦਾ। ਜਿਵੇਂ ਬਚਨ ਕੀਤਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜੇ ਤਨ ਮਨ ਪਰਮਾਤਮਾ ਦਾ ਦਿੱਤਾ ਤੇ ਧਨ ਵੀ ਫਿਰ ਉਸੇ ਦਾ ਹੋਇਆ, ਆਪਣਾ ਕਿਵੇਂ ਹੋਇਆ? ਪਰ ਇਹ ਪਕੜ ਕਰ ਲਈਏ ਜੀਵ ਨੇ, ਹਰ ਚੀਜ਼ ਦਾ ਮਾਣ ਕਰਦਾ, ਤਨ ਦਾ ਵੀ ਮਾਣ, ਔਰ ਜੋ ਕੁਛ ਤਨ ਦੁਆਰਾ ਪ੍ਰਾਪਤ ਹੋਇਆ ਉਹਨਾਂ ਸਾਰੀਆਂ ਵਸਤੂਆਂ ਦਾ ਮਾਣ, ਜਿਨ੍ਹਾਂ ਜਿਨ੍ਹਾਂ ਵਸਤੂਆਂ ਨਾਲ ਸੰਬੰਧ ਹੈ ਸਭਨਾਂ ਦਾ ਮਾਣ। ਪਰ ਹਜ਼ੂਰ ਕਹਿ ਰਹੇ ਨੇ ਵੀ ਇਸ ਦੀ ਪਾਇਆ ਕਿਆ ਹੈ, ਇਹ ਕਿਉਂ ਮਾਣ ਕਰਦਾ ਹੈ? ਦੇਵਨ ਹਾਰੇ ਕਹਿ ਹੱਥ ਦਾਨ, ਜਿੰਨਾ ਦਾਨ ਦਾਤ ਹੈ ਸਾਰੀ ਦੇਵਨਹਾਰ ਪਰਮਾਤਮਾ ਦੇ ਹੱਥ ਵਿੱਚ ਹੈ। ਇਸ ਜੀਵ ਦੇ ਆਪਣੇ ਹੱਥ ਵਿੱਚ ਕੁਛ ਨਹੀਂ। ਜੋ ਪ੍ਰਾਪਤ ਵੀ ਹੈ ਜ਼ਰੂਰੀ ਨਹੀਂ ਕਿ ਸਦਾ ਮੇਰੇ ਕੋਲ ਰਵੇ, ਉਹ ਨਹੀਂ ਰਹਿ ਸਕਦਾ, ਚਲਾ ਜਾਏਗਾ। ਤੇ ਜੋ ਨਹੀਂ ਪ੍ਰਾਪਤ ਜ਼ਰੂਰੀ ਨਹੀਂ ਫਿਰ ਮਿਲ ਜਾਏ। ਇਹ ਪਰਮਾਤਮਾ ਦੀ ਰਜ਼ਾ ਹੋਵੇਗੀ। ਜੇ ਦੇਵਨਹਾਰ ਵਾਹਿਗੁਰੂ ਦੇਵੇਗਾ ਤਾਂ ਹੀ ਇਹਨੂੰ ਕੁਛ ਮਿਲੇਗਾ। ਭਾਵੈ ਦੇ ਨਾ ਦੇਈ ਸੋਏ, ਜੇ ਉਹਨੂੰ ਪਾਉਂਦਾ ਹੈ ਤਾਂ ਉਹ ਦਿੰਦਾ ਹੈ, ਜੇ ਉਹਨੂੰ ਪਾਉਂਦਾ ਵੀ ਨਹੀਂ ਦੇਣਾ ਤੇ ਨਹੀਂ ਉਹ ਦੇਵੇਗਾ। ਕੀਤੇ ਕਹਿ ਕਹੇ ਕਿਆ ਹੋਏ, ਇਸ ਪੈਦਾ ਕੀਤੇ ਜੀਵ ਦੇ ਕਹਿਣ ਨਾਲ ਕਿਆ ਹੋਵੇਗਾ? ਤਾਂ ਹੀ ਸਤਿਗੁਰਾਂ ਕਿਹਾ, ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀ ਹੈ ਸੁਖ। ਸੁਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਹੇ ਮਨੁੱਖ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਸੰਸਾਰ ਵਿੱਚ ਦਵੰਦਾਵਾਦ ਹੈ, ਜੇ ਝੂਠ ਹੈ ਤੇ ਸੱਚ ਹੈ, ਗੁਰਮੁਖ ਹੈ ਤੇ ਮਨਮੁਖ ਹੈ, ਪਾਪ ਹੈ ਤੇ ਪੁੰਨ ਹੈ। ਇਸੇ ਤਰ੍ਹਾਂ ਹੀ ਸੁਖ ਹੈ ਤੇ ਦੁੱਖ ਵੀ ਹੈ। ਸਦਾ ਵਾਸਤੇ ਸੁਖ ਨਹੀਂ ਕਿਸੇ ਨੂੰ ਪ੍ਰਾਪਤ, ਕਿਉਂਕਿ ਸੁਖ ਦੁੱਖ ਦੋਵੇਂ ਜੀਆਂ ਵਾਸਤੇ ਰੱਬ ਨੇ ਪੈਦਾ ਕੀਤੇ ਔਰ ਇਹਨਾਂ ਦੇ ਕਰਮਾਂ ਅਨੁਸਾਰ ਹੈ। ਜੇ ਬਿਲਕੁਲ ਚੰਗੇ ਕਰਮ ਕੀਤੇ ਹਨ ਸਰੀਰਕ ਤੌਰ 'ਤੇ ਤਾਂ ਸੁਖ ਹੀ ਸੁਖ ਹੈ, ਬੁਰੇ ਕੀਤੇ ਤਾਂ ਦੁੱਖ ਵੀ ਆਏਗਾ। ਔਰ ਸਾਡੇ ਕੋਲ ਕੋਈ ਇਹੋ ਜਿਹਾ ਲੈਟਰ ਜਾਂ ਸਰਟੀਫਿਕੇਟ ਤਾਂ ਹੈ ਨਹੀਂ ਵੀ ਸਾਨੂੰ ਪਤਾ ਹੈ ਅਸੀਂ ਚੰਗੇ ਹੀ ਕੀਤੇ ਨੇ, ਬੁਰਾ ਕੀਤਾ ਹੀ ਕੋਈ ਨਹੀਂ। ਨਹੀਂ, ਕੀਤੇ ਹੋਏ ਨੇ। ਮਿਸ਼ਰਤ ਕਰਮੀ ਜੀਵ ਕਮਾਉਂਦੇ ਨੇ। ਇਸ ਕਰਕੇ ਸੋ ਹਜ਼ੂਰ ਕਹਿੰਦੇ ਨੇ ਕਿ ਇਹਦੇ ਕਹਿਣ ਨਾਲ ਕਿਆ ਹੋਏਗਾ? ਕੀਤੇ ਕਹਿ ਕਹੇ ਕਿਆ ਹੋਏ? ਜੋ ਵਾਹਿਗੁਰੂ ਨੇ ਕਰਨਾ ਉਹ ਹੋਣਾ ਹੈ। ਕੀਤਾ ਕਰਨਾ ਸਰਵ ਰਜਾਈ, ਕਿਛ ਕੀਤਾ ਕੀਚਾ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜੋ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕ ਹੈ, ਜੋ ਭਾਵੈ ਤਿਵੈ ਬਖਸ਼। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਆਪੇ ਸੱਚ ਭਾਵੈ ਤਿਸ ਸੱਚ। ਪਰਮਾਤਮਾ ਆਪੇ ਆਪ ਆਪਣੇ ਆਪ ਤੋਂ ਹੀ ਹੈ ਤੇ ਸੱਚ ਸਰੂਪ ਹੈ। ਉਹ ਸੱਚ ਰੂਪ ਹੈ, ਨਿਰਾ ਹੀ ਸੱਚ, ਤੇ ਇਸ ਕਰਕੇ ਉਸ ਨੂੰ ਭਾਉਂਦਾ ਵੀ ਸੱਚ ਹੀ ਹੈ। ਤੇ ਇਸ ਵਾਹਿਗੁਰੂ ਨੂੰ ਸੱਚ ਹੀ ਚੰਗਾ ਲੱਗਦਾ ਹੈ, ਸਚਾਈ ਹੀ ਚੰਗੀ ਲੱਗਦੀ ਹੈ। ਅੰਧਾ ਕੱਚਾ
कच्चन कच। ये जीव अज्ञानी होने करके अन्ना है और कच्चा है। जीव सारे सच्चे नहीं हैं, इन्हां अंदर कचियाई है। इस कचियाई नूं दूर करके सच दे धारनी बन के असीं वाहिगुरू नूं पसंद आ सकदे। हजूर कहंदे ने ये कच्चा इन्ना भी कच्चियां तो कच्चा, जिहड़ी कच्ची तो कच्ची चीज़ आ उहदे तो भी कच्चा है। भाव होशियां तो होशा है, थोड़ विता है। रहाओ जाके रुख बिरख आराओ। रुख जिहड़े जंगल च अपने आप उगे होण, बिरख जिहड़े आप बीजे होण लोकां ने। आराओ आरास्त की मतलब सजावट, जिवें बगीचे हुंदे ने सुंदर। जिस परमात्मा दे रचे होए बनाए होए पैदा किए होए रुख बिरख ते बगीचे आदਿਕ सजावटां हन, जेही धात तेहा तिन नाओ। जिहो जिहा किसी वस्तु का असला है उसे तरह का उन्हां दा नाम पै गया है। जिस तरह का कर्म जीव कमाउंदे ने धात असला, तो उसे तरह का उन्हां दा नाम पै जांदा। जिवें जो धर्म कमावै तिस धर्म नाओ होवै, पाप कमाणे पापी जाणिए। हजूर कहंदे ने जो कर्म जीव धर्म कमाउंदे ने उन्हां दा नाम धर्म मम्मे दे अखर नूं सिहारी है, धर्मी जाणिया जांदा, ते पाप कमाउण वाले नूं पापी जाणिया जांदा। जगत विच भी वैसे नाम पै जांदे ने। नरक कुकृत जे जग मह करही, नाम असुर ताको जग तरही। साध कर्म जो पुरख कमावै, नाम देवता वही देवता जगत कहावै। सो इस प्रकार हजूर कहंदे ने जिहो जे असले होण लोकां दे उहो जे नाम जीआं दे पैंदे ने। फुੱਲ भाओ फल लिखिया पाए। फुੱਲ की है बिरछ नूं लगना किसी बूटे नूं, वो है भाव, भावना। जिस पासे नूं भावना होए, प्रेम होए जिस पासे नूं, वो उस तरह का फुੱਲ है। जे संसार वल नूं भाव है तो वो मनो इहदे कर्मां दा फुੱਲ है, तो फल लिखिया पाए। ਜਿਹੜੇ ਜਿਹੜੇ कर्म ਕੀਤੇ ਉਹਦੇ ਅਨੁਸਾਰ ਹੀ ਫੁੱਲ ਲੱਗਾ ਤੇ ਫਿਰ ਫਲ ਲੱਗਾ। ਫੁੱਲ ਭਾਵਨਾ ਦਾ ਤੇ ਫਲ ਫਿਰ ਵਾਹਿਗੁਰੂ ਵੱਲੋਂ ਜੋ ਮਸਤਕ ਤੇ ਲੇਖ ਲਿਖਿਆ ਹੋਇਆ ਕਿ ਆਹ ਫਲ ਮਿਲੇਗਾ, ਉਹ ਪ੍ਰਮਾਤਮਾ ਦਾ ਲਿਖਿਆ ਹੋਇਆ ਜੋ ਲੇਖ ਹੈ ਉਹਦੇ ਅਨੁਸਾਰ ਇਹ ਫਲ ਪ੍ਰਾਪਤ ਕਰਦਾ ਹੈ। ਆਪ ਬੀਜ ਆਪੇ ਹੀ ਖਾਏ। ਜਿਵੇਂ ਕੋਈ ਆਪ ਹੀ अजे बाहरी जिहड़ी खेती है ना, कोई वाहे को लुणा को पाए खल, कोई बीजे को लुणा को पाए खलिहान। नानक ईव ना जापई कोई खाए निदान। भावें बाहरली खेती कोई खेत वाहुंदा, कोई बीज पाउंदा, कोई सिंचदा पानी लाउंदा, खादां पाउंदा, कोई उस नूं वढदा है ते कोई पीसदा, कोई पकाउंदा, कोई खांदा। पर ये जिहड़ा कर्मां दा बीज है इहदे च इस तरह नहीं। आप बीज आपे ही खावना। सो इस प्रकार जिहा जैसा बीजा सोलना कर्मा संदड़ा खेत, जिहा बीजा सोलना मत्थे जो लिखियास। सो हजूर कहंदे ने आप बीज आपे ही खाए। जीव आप ही बीज के कर्मां दे बीज नूं आप ही उहदा फल प्राप्त करदा खांदा है। कच्ची कंध कच्चा विच राज। जिहड़ी एक कच्ची कंध है ना शरीर, ते इहदे विच जिहड़ा राज मिस्त्री है ना मन, वो भी कच्चा ही है। कर्मां दे जिहड़े कोठे उसारदा ये राज मिस्त्री जिहड़ा मन है ये भी कच्चा ही है। तो इस करके ये कर्म माड़े होने करके ये देही भी कच्ची बन गई है ना, माड़े कर्म कमाउण करके। मत अलूणी फिक्का साध। इस जीव की मत अलूणी है। जिवें जिहड़े व्यंजन पदार्थ बने हुए हुंदे ने उन्हां च लूण ना होवे तो कोई स्वादी चीज़ नहीं हुंदी। इसे तरह जिस जीव की मत अलूणी है तो उस विच जिहड़ा कर्म बना के फल बनया वो भी उसका स्वाद फिक्का है। मत अलूणी फिक्का साध। मत ही नीवी है तो उहदे अनुसार ही कर्म कमाएगा तो फिर वो जिहड़ा फल लगा वो भी फिक्का होएगा, उसका स्वाद फिक्का है, भाव सुख नहीं है। नानक आने आवे रास। सतगुरु जी फिर इत्थे जीव की अलपगता बयान कर रहे हैं कि जे वाहिगुरू लिआउंदा है तां गल रास आउंदी है। भाव जे परमात्मा चाहे तां सुधार हुंदा जीव के कर्मां च।
ਤੇ ਸਭ ਤੋਂ ਉੱਚਾ ਕਰਮ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਅਗਰ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਤਾਂ ਫਿਰ ਇਹ ਜੀਵ ਰਾਸ ਆ ਜਾਂਦਾ, ਭਾਵ ਸ਼ੁਭ ਮਾਰਗ ਤੇ ਚੱਲ ਪੈਂਦਾ, ਨਾਮ ਦੇ ਰਸਤੇ ਤੇ ਚੱਲ ਪੈਂਦਾ। ਵਿਣ ਨਾਵੈ ਨਾਹੀ ਸਾਬਾਸ, ਵਾਹਿਗੁਰੂ ਦੇ ਦਰ ਤੇ ਬਿਨਾਂ ਨਾਮ ਭਜਨ ਸਿਮਰਨ ਤੋਂ ਸ਼ਾਬਾਸ਼, ਵਡਿਆਈ, ਸਤਿਕਾਰ, ਇੱਜ਼ਤ ਨਹੀਂ ਪ੍ਰਾਪਤ ਹੁੰਦੀ। ਉੱਥੇ ਸ਼ਾਬਾਸ਼ ਨਹੀਂ ਮਿਲਦੀ, ਸਤਿਕਾਰ ਨਹੀਂ ਮਿਲਦਾ, ਆਦਰ ਨਹੀਂ ਮਿਲਦਾ ਬਿਨਾਂ ਵਾਹਿਗੁਰੂ ਜੀ ਦੇ ਨਾਮ ਤੋਂ। ਅਗਲਾ ਸ਼ਬਦ ਹਜ਼ੂਰ ਉਚਾਰਦੇ ਹਨ, ਸ੍ਰੀ ਰਾਗ ਮਹੱਲਾ ਪਹਿਲਾ, ਘਰ ਪੰਜਵਾਂ। ਇਹ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਹੈ। ਇਸ ਸ਼ਬਦ ਨੂੰ ਇਸ ਰਾਗ ਦੇ ਹੁਣ ਪੰਜਵੇਂ ਘਰ ਵਿੱਚ ਗਾਉਣ ਦੀ ਆਗਿਆ ਕਰ ਰਹੇ ਨੇ। ਆਸ਼ਲ ਛਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ। ਮਹਾਰਾਜ ਕਹਿੰਦੇ ਜਿਹੜੀ ਮਾਇਆ ਹੈ ਅਛਲ ਹੈ, ਭਾਵ ਛਲੀ ਨਹੀਂ ਜਾਂਦੀ। ਅਸਲ ਛਲਾਈ, ਜੇ ਉਸ ਅਸਲ ਮਾਇਆ ਨੂੰ, ਨਾ ਛਲੀ ਜਾਣ ਵਾਲੀ ਮਾਇਆ ਨੂੰ ਕੋਈ ਛਲਣ ਦਾ ਯਤਨ ਕਰੇ, ਠੱਗਣ ਦਾ ਯਤਨ ਕਰੇ ਤਾਂ ਨਹਿ ਛਲੈ। ਜੀਵ ਨਹੀਂ ਛਲ ਸਕਦਾ ਇਸ ਮਾਇਆ ਨੂੰ। ਇਹਨੇ ਜਗਤ ਸਾਰੇ ਨੂੰ ਛਲਿਆ ਹੋਇਆ, ਪਰ ਇਸ ਨੂੰ ਕੋਈ ਛਲ ਨਹੀਂ ਸਕਦਾ। ਨਹਿ ਘਾਉ ਕਟਾਰਾ ਕਰ ਸਕੈ। ਇਹੋ ਜਿਹੀ ਵਸਤੂ ਹੈ ਮਾਇਆ ਰੱਬ ਦੀ ਪੈਦਾ ਕੀਤੀ ਕਿ ਕੋਈ ਕਟਾਰ ਆਦਿਕ ਜਿਹੜਾ ਸ਼ਸਤਰ ਹਥਿਆਰ ਹੈ ਉਹ ਇਹਨੂੰ ਜ਼ਖਮੀ ਨਹੀਂ ਕਰ ਸਕਦਾ, ਵਾਰ ਕਰਕੇ ਇਹਨੂੰ ਕੱਟ ਵੱਢ ਨਹੀਂ ਸਕਦਾ, ਕੋਈ ਜ਼ਖਮ ਨਹੀਂ ਦੇ ਸਕਦਾ। ਕਟਾਰ ਆਦਿਕ ਸ਼ਸਤਰ ਜਿਹੜਾ ਇਸ ਤਰ੍ਹਾਂ ਦੀ ਜ਼ਬਰਦਸਤ ਹੈ, ਇਹੋ ਜਿਹੀ ਸ਼ਕਤੀ ਪ੍ਰਮਾਤਮਾ ਨੇ ਪੈਦਾ ਕੀਤੀ। ਇੱਕ ਵਚਨ ਯਾਦ ਆਇਆ, ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਵਚਨ ਸੁਣਾਇਆ ਸੀ ਕਿ ਜਦੋਂ ਉਹ ਜਿਹੜਾ ਅੱਜ ਕੱਲ੍ਹ ਸਥਾਨ ਆ ਰਾਮਪੁਰ ਖੇੜਾ, ਉਸ ਥਾਂ 'ਤੇ ਜੰਗਲ ਸੀ ਪਹਿਲਾਂ, ਅਤੇ ਉਹਨਾਂ ਆਬਾਦ ਕੀਤਾ ਸੀ। ਉੱਥੇ ਬਹਿ ਕੇ ਗੁਰੂ ਮਹਾਰਾਜ ਦੀ ਆਗਿਆ ਹੋਈ ਸੀ ਅਤੇ ਇਸ ਕਰਕੇ ਉਹਨਾਂ ਨੇ ਉੱਥੇ ਭਜਨ ਬੰਦਗੀ ਕੀਤੀ। ਅਤੇ ਉੱਥੇ ਕਹਿੰਦੇ ਸ਼ਾਮਾਂ ਨੂੰ ਇੱਕ ਦਿਨ ਅਸੀਂ ਰਹਿ ਰਾਸ ਦਾ ਪਾਠ ਕਰੀਏ ਅਤੇ ਇੱਕ ਬਜ਼ੁਰਗ ਮਾਈ ਤੁਰੀ ਆਏ। ਜਦੋਂ ਅਸੀਂ ਵੇਖਿਆ ਮਾਈ ਵੱਲ ਅਤੇ ਖਿਆਲ ਕੀਤਾ ਵੀ ਇਸੇ ਨੇੜੇ ਕਿਸੇ ਪਿੰਡ ਦੀ ਤਾਂ ਇਹ ਮਾਈ ਨਹੀਂ, ਕਦੇ ਪਹਿਲਾਂ ਨਹੀਂ ਵੇਖੀ, ਅਤੇ ਨਾਲੇ ਇਸ ਵੇਲੇ ਸ਼ਾਮਾਂ ਦੇ ਵਕਤ ਇਕੱਲੀ ਮਾਈ ਤੁਰੀ ਆਉਂਦੀ, ਇਹ ਕੌਣ ਹੋਵੇਗੀ? ਤਾਂ ਕਹਿੰਦੇ ਸਾਡੇ ਨੇਤਰ ਇੱਧਰ ਉੱਧਰ ਹੋਏ, ਦੁਬਾਰਾ ਵੇਖਿਆ ਅਤੇ ਉਹ ਨੌਜਵਾਨ ਲੜਕੀ ਦਾ ਰੂਪ ਧਾਰਿਆ ਹੈ, ਬੜਾ ਗਹਿਣਾ ਗੱਟਾ, ਬੜੀ ਸਜਾਵਟ ਅਤੇ ਸੁੰਦਰ ਸਰੂਪ। ਕਹਿੰਦੇ ਫਿਰ ਸਾਡੇ ਮਨ 'ਚ ਖਿਆਲ ਆ ਗਿਆ ਵੀ ਜਿਹੜੀ ਪੁਨः ਬਦਲੇ, ਰੂਪ ਬਦਲੇ, ਉਹ ਮਾਇਆ ਹੁੰਦੀ ਹੈ। ਅਤੇ ਫਿਰ ਇੱਕ ਖਿਆਲ ਆਇਆ ਕਿ ਅਸੀਂ ਗੁਰੂ ਮਹਾਰਾਜ ਦੇ ਸਿੱਖਾਂ, ਬਾਣੀ ਪੜ੍ਹ ਰਹੇ ਹਾਂ, ਪਾਠ ਕਰ ਰਹੇ ਹਾਂ, ਸਾਨੂੰ ਇਹ ਕਿਆ ਕਰੇਗੀ? ਫਿਰ ਅਗਲੀ ਛਿਨ ਖਿਆਲ ਆਇਆ ਕਿ ਨਹੀਂ ਹਰਨਾਮ ਸਿੰਘਾ, ਗੁਰੂ ਮਹਾਰਾਜ ਨੇ ਦੱਸਿਆ ਵੀ ਇਹ ਤਾਂ ਬੜੀ ਪ੍ਰਬਲ ਹੈ, ਇਹ ਤਾਂ ਬੜੀ ਜ਼ਬਰਦਸਤ ਹੈ, ਇਹਦੇ ਤੋਂ ਤਾਂ ਬਚਣਾ ਆਪਣੇ ਵੱਸ ਦੀ ਗੱਲ ਹੀ ਨਹੀਂ, ਮਾਣ ਨਾ ਕਰ। ਤਾਂ ਉਸੇ ਵੇਲੇ ਕਹਿੰਦੇ ਸਾਡੇ ਹੱਥ ਜੁੜ ਗਏ ਅਤੇ ਮਨ ਹੀ ਮਨ ਅਸੀਂ ਸਤਿਗੁਰੂ ਚਰਨਾਂ 'ਚ, ਸਤਿਗੁਰੂ ਕਲਗੀਧਰ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਇਹਦੇ ਤੋਂ ਤੁਸੀਂ ਬਚਾਇਓ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਹੋ ਕੇ ਸਾਡੇ ਸੀਸ 'ਤੇ ਹੱਥ ਰੱਖਿਆ ਅਤੇ ਕਿਹਾ, ਭਾਈ ਹਰਨਾਮ ਸਿੰਘ ਜੀ ਕੁਝ ਨਹੀਂ ਕਹਿੰਦੀ, ਡਰੋ ਨਾ। ਔਰ ਇਸ ਪ੍ਰਕਾਰ ਕਹਿੰਦੇ ਜਿਸ ਵੇਲੇ ਇੰਜ ਕਿਹਾ ਗੁਰੂ ਕਲਗੀਧਰ ਪਾਤਸ਼ਾਹ ਨੇ, ਅਤੇ ਉਹ ਸ਼ਾਈ ਮਾਈ ਹੋ ਗਈ, ਅਲੋਪ ਹੋ ਗਈ। ਇਸ ਤਰ੍ਹਾਂ ਭਗਤਾਂ ਦੀ ਪ੍ਰੀਖਿਆ ਲੈਣ ਵਾਸਤੇ ਵੀ ਇਹ ਮਾਇਆ ਰੂਪ ਧਾਰ ਲੈਂਦੀ ਹੈ, ਅਤੇ ਇਉਂ ਰੱਬ ਦੇ ਪਿਆਰੇ ਉਹਦੇ ਕਾਬੂ ਨਹੀਂ ਆਉਂਦੇ। ਔਰ ਜਦੋਂ ਤੱਕ ਬੰਦੇ ਦੇ ਅੰਦਰ ਹੰਕਾਰ ਆ ਉਦੋਂ ਤੱਕ ਡਰ ਹੈ। ਰੱਬ ਦੇ ਪਿਆਰੇ ਬਹੁਤ ਉੱਚੀ ਅਵਸਥਾ ਪ੍ਰਾਪਤ ਕਰਕੇ ਵੀ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਰੱਖਦੇ ਇਸ ਤੋਂ ਬਚਣ ਲਈ। ਜੋ ਸਾਹਿਬ ਰਾਖਿਆ ਤਿਉ ਰਹਿ, ਇਸ ਲੋਭੀ ਕਾ ਜੀਓ ਟਲ ਪਲੈ। ਹਜ਼ੂਰ ਕਹਿੰਦੇ ਨੇ ਜਿਵੇਂ ਸਾਹਿਬ ਮਾਲਕ ਪ੍ਰਮਾਤਮਾ ਅਕਾਲ ਪੁਰਖ ਰੱਖਦਾ ਇਸ ਜੀਵ ਨੂੰ, ਉਸੇ ਤਰ੍ਹਾਂ ਇਹ ਰਹਿੰਦਾ। ਇਸ ਜੀਵ ਜੋ ਕਿ ਲੋਭੀ ਹੈ, ਇਹਦਾ ਜਿਹੜਾ ਜੀਓ ਆਤਮਾ ਮਨ ਹੈ, ਇਹ ਟਲ ਪਲੈ, ਡਿੱਗਦਾ ਡੋਲਦਾ ਰਹਿੰਦਾ। ਇਹ ਡੋਲਦਾ ਰਹਿੰਦਾ ਮਾਇਆ ਵੇਖ ਕੇ। ਡਿੱਗਨ ਡੋਲਾ ਤਉ ਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਸੋ ਇਸ ਪ੍ਰਕਾਰ ਟਪਲੇ ਖਾਂਦਾ, ਇੱਧਰ ਉੱਧਰ ਡਿੱਗਦਾ ਡੋਲਦਾ ਹੈ, ਇਹ ਲੋਭੀ ਮਨ ਹੈ ਜਿਹੜਾ ਸਾਡਾ। ਸੋ ਬਿਨ ਤੇਲ ਦੀਵਾ ਕਿਉਂ ਜਲੇ, ਬਿਨਾਂ ਤੇਲ ਤੋਂ ਦੀਵਾ ਰੌਸ਼ਨੀ ਨਹੀਂ ਕਰ ਸਕਦਾ। ਰਹਾਓ, ਇਹ ਪ੍ਰਸ਼ਨਵਾਚਕ ਵਚਨ ਹੈ ਪਹਿਲੇ ਰਹਾਓ 'ਚ। ਫਿਰ ਕਿੱਥੋਂ ਤੇਲ ਲੈ ਆਈਏ ਜੀ ਜਿਹੜਾ ਦੀਵਾ ਰੌਸ਼ਨੀ ਕਰੇ, ਦੀਵਾ ਜਗ ਪੇ ਚਾਨਣ ਹੋ ਜਾਏ ਗਿਆਨ ਦਾ। ਹਜ਼ੂਰ ਕਹਿੰਦੇ ਨੇ ਪੋਥੀ ਪੁਰਾਣ ਕਮਾਈਐ, ਪੁਰਾਣੇ ਗ੍ਰੰਥ, ਪੋਥੀਆਂ ਧਾਰਮਿਕ ਗਿਆਨ ਜਿਨ੍ਹਾਂ 'ਚ ਲਿਖਿਆ ਹੋਇਆ, ਲੋਕਾਂ ਪੜ੍ਹ ਛੱਡਿਆ, ਵਤੰਡਾਵਾਦੀ ਬਣ ਗਏ, ਪਰ ਕਮਾਇਆ ਕਿਸੇ ਵਿਰਲੇ ਨੇ। ਹਜ਼ੂਰ ਕਹਿੰਦੇ ਨੇ
ਧਾਰਮਿਕ ਗ੍ਰੰਥ ਜੋ ਪੁਰਾਤਨ ਸਮੇਂ ਦੇ ਲਿਖੇ ਹੋਏ ਨੇ, ਉਹਨਾਂ ਜਿਹੜੀ ਸਿੱਖਿਆ ਹੈ ਉਸ ਨੂੰ ਕਮਾਈਏ, ਕਮਾਉਣਾ ਚਾਹੀਦਾ। ਭਉ ਵੱਟੀ ਇਤ ਤਨ ਪਾਈ ਹੈ। ਜਿਹੜਾ ਪ੍ਰਮਾਤਮਾ ਦਾ ਉਜਲ ਭਉ ਡਰ ਹੈ ਨਾ, ਵਾਹਿਗੁਰੂ ਦੇ ਡਰ ਦੇ ਅਧੀਨ ਰਹਿਣਾ, ਇਸ ਤਨ ਦੇ ਅੰਦਰ ਇਹ ਵੱਟੀ ਪਾ ਲਈ ਹੈ। ਸੱਚ ਬੂਝਣ ਆਣ ਜਲਾਈ ਹੈ। ਸੱਚ ਸਰੂਪ ਪ੍ਰਮਾਤਮਾ ਨੂੰ ਜਿਹੜਾ ਬੁੱਝ ਲੈਣਾ, ਸਮਝ ਲੈਣਾ ਕਿ ਵਾਹਿਗੁਰੂ ਹਰ ਥਾਂ ਮੌਜੂਦ ਹੈ, ਸ੍ਰਿਸ਼ਟੀ ਨੂੰ ਉਹਨੇ ਸਾਜਿਆ, ਉਹ ਚਲਾ ਰਿਹਾ, ਇਹ ਲਿਆ ਕੇ ਜਲਾਉਣਾ ਤੇਲ ਦਾ, ਇਸ ਨੂੰ ਮਚਾਉਣਾ ਹੈ ਦੀਵੇ ਨੂੰ। ਇਹੋ ਤੇਲ ਦੀਵਾ ਇਉਂ ਜਲੈ। ਇਹ ਤੇਲ ਹੈ ਕਮਾਈ ਕਰਨੀ ਜਿਹੜੀ ਆ। ਧਾਰਮਿਕ ਗ੍ਰੰਥਾਂ 'ਚ ਲਿਖੀ ਸਿੱਖਿਆ ਤੇ ਪਰਮੇਸ਼ਰ ਦਾ ਭੈ ਧਾਰ ਕੇ ਤੇ ਸੱਚ ਨੂੰ ਬੁੱਝ ਲੈਣਾ, ਇਸ ਤਰ੍ਹਾਂ ਇਹ ਤੇਲ ਹੈ ਤੇ ਇੰਜ ਇਹ ਅੰਦਰ ਦੀਵਾ ਜਲ ਪੈਂਦਾ। ਜਿਵੇਂ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ ਬੂਝੇ ਬੁਝਨ ਹਾਰਾ ਕਿਆ ਬਚਨ। ਕਰ ਚਾਨਣ ਸਾਹਿਬ ਤਉ ਮਿਲੈ। ਹਿਰਦੇ ਦੇ ਅੰਦਰ ਇਸ ਤਰ੍ਹਾਂ ਦੀਵਾ ਜਗਾ ਕੇ ਨਾਮ ਦਾ, ਗੁਰੂ ਕੇ ਸ਼ਬਦ ਦੁਆਰਾ ਚਾਨਣ ਪ੍ਰਾਪਤ ਕਰੋ ਤੇ ਤਾਂ ਸਾਹਿਬ ਮਿਲਦਾ ਹੈ। ਸਾਹਿਬ ਪਰਮਾਤਮਾ ਮਿਲ ਪੈਂਦਾ। ਰਹਾਓ ਇਹ ਤਾਂ ਤਨ ਲੱਗ ਗਿਆ ਬਾਣੀਆਂ। ਇਹ ਜਿਹੜਾ ਤਨ ਸਰੀਰ ਹੈ, ਇਹਨੂੰ ਬਾਣੀਆਂ ਸਤਿਗੁਰਾਂ ਦੀ ਸਿੱਖਿਆ ਦਾ ਅਸਰ ਹੋ ਜਾਏ, ਇਸ ਦੇ ਉੱਪਰ ਬਾਣੀ ਦਾ ਪ੍ਰਭਾਵ ਪਏ, ਗੁਰਾਂ ਦੇ ਬਚਨਾਂ ਦਾ। ਸੁਖ ਹੋਵੈ ਸੇਵ ਕਮਾਣੀਆਂ। ਔਰ ਗੁਰੂ ਕੀ ਦੱਸੀ ਹੋਈ ਜਿਹੜੀ ਸੇਵਾ ਹੈ, ਪਰਮੇਸ਼ਰ ਦਾ ਭਜਨ ਤੇ ਗੁਰਾਂ ਦੀ ਸੇਵਾ, ਸਤਸੰਗਤ ਦੀ ਸੇਵਾ, ਤਨ ਕਰਕੇ ਸੇਵਾ ਰੱਬ ਦੀ ਖਲਕਤ ਦੀ, ਸਤਸੰਗੀਆਂ ਦੀ, ਮਨ ਕਰਕੇ ਸੇਵਾ ਸਿਮਰਨ ਭਜਨ ਹੈ। ਸੁਖ ਹੋਵੇ ਸੇਵ ਕਮਾਣੀ। ਇਹ ਸੇਵਾ ਕਮਾਉਣ ਦੇ ਨਾਲ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਭ ਦੁਨੀਆ ਆਵਣ ਜਾਣੀਆਂ। ਸਾਰੀ ਦੁਨੀਆ ਆਉਣ ਜਾਣ ਵਾਲੀ ਹੈ, ਸਥਿਰ ਨਹੀਂ ਹੈ। ਇਹਦੇ ਨਾਮ ਹੀ ਐਸੇ ਰੱਖੇ, ਦੁਨੀਆ ਦੋ ਨੀਆਂ, ਜੰਮਣਾ ਤੇ ਮਰਨਾ। ਜਗਤ ਜਾ ਜਨਮ ਹੋਣਾ ਤੇ ਗਤ ਨਾਸ ਹੋਣਾ। ਸੰਸਾਰ ਸੰਸਿਆਂ ਦਾ ਘਰ, ਜਿੱਥੇ ਜੰਮਣ ਮਰਨ ਦਾ ਸੰਸਾ ਹਮੇਸ਼ਾ ਬਣਿਆ ਰਹਿੰਦਾ। ਇਸ ਕਰਕੇ ਹਜ਼ੂਰ ਕਹਿੰਦੇ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ, ਵਿੱਚ ਦੁਨੀਆ ਸੇਵ ਕਮਾਈ। ਜਦੋਂ ਤੱਕ ਅਸੀਂ ਦੁਨੀਆ ਵਿੱਚ ਹਾਂ, ਉਦੋਂ ਤੱਕ ਜੇ ਸੇਵਾ ਭਗਤੀ ਕਮਾ ਲਈਏ ਤਾਂ ਦਰਗਾਹ ਬੈਸਣ ਪਾਈਏ, ਤਾਂ ਵਾਹਿਗੁਰੂ ਦੀ ਦਰਗਾਹ ਵਿੱਚ, ਪ੍ਰਮਾਤਮਾ ਦੇ ਦਰ ਤੇ ਸਤਿਕਾਰ ਨਾਲ ਬੈਠਣਾ ਪ੍ਰਾਪਤ ਕਰੀਦਾ ਹੈ। ਕਹੋ ਨਾਨਕ ਬਾਹਾਂ ਲੁਡਾਈਐ। ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਪਰਵਾਹੀ ਦੇ ਨਾਲ ਬਾਹਾਂ ਲਡਾਉਂਦਿਆਂ, ਹਲਾਰੇ ਮਾਰ ਮਾਰ ਕੇ ਬਾਹਾਂ ਨਾਲ ਤੁਰੀਦਾ, ਭਾਵ ਬੇਪਰਵਾਹ ਹੋ ਜਾਈਦਾ। ਰੱਬ ਦੀ ਦਰਗਾਹ ਵਿੱਚ ਬਾਹਾਂ ਦੇ ਹਲਾਰੇ ਮਾਰ ਕੇ ਜਾਈਦਾ, ਭਾਵ ਕਿ ਬਹੁਤ ਬੇਪਰਵਾਹੀ ਵਾਹਿਗੁਰੂ ਜੀ ਬਖਸ਼ ਦਿੰਦੇ ਨੇ। ਉਸ ਅਵਸਥਾ, ਜਿਵੇਂ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੂਖ ਦੋਹੋ ਨਹੀਂ ਤੇ ਠਾਓ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ, ਆਦਿਕ ਬਚਨ ਕਹੇ ਹਨ। ਇੱਥੋਂ ਤੱਕ 33 ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਪੂਰਨ ਹੋਏ ਹਨ ਸ੍ਰੀ ਰਾਗ ਦੇ ਅੰਦਰ। ਇਸ ਤੋਂ ਅੱਗੇ ਫਿਰ ਤੀਜੇ ਪਾਤਸ਼ਾਹ ਦੇ ਸ਼ਬਦ ਆਰੰਭ ਹੋਣਗੇ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।